मैं हाँ कुलवंत सिंह। खबरां दी खबर प्रोग्राम दे विच अज साडे नाल मेहमान होणगे पंजाबी पत्रकारिता दे बहुत सत्कारयोग नाम बलतेज पन्नू। उन्हां दे नाल आपां डिस्कस करांगे, विचार चर्चा करांगे कि किसान अंदोलन दे 100 दिन पूरे हो चुके ने ते ट्रॉली तो टाइम मैगजीन तक ये अंदोलन किस तरह पहुँचा। पन्नू साहब तुहाडा न्यूज़ एशिया पंजाबी ते बहुत बहुत स्वागत है जी। बहुत मेहरबानी जी, धन्यवाद जी, सत श्री अकाल। पन्नू साहब, अज हर बंदा जिहड़ा ਉਹਦੀ ਜ਼ੁਬਾਨ ਦੇ ਉੱਤੇ ਇੱਕੋ ਹੀ ਗੱਲ ਹੈ, ਜਿਹੜੇ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਹਮਦਰਦੀ ਰੱਖਦੇ ਨੇ, ਕਿ ਟਰਾਲੀ ਤੋਂ ਟਾਈਮ ਮੈਗਜ਼ੀਨ ਤੱਕ ਆਪਾਂ ਕਿਸ ਤਰ੍ਹਾਂ ਪਹੁੰਚ ਗਏ। ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਇੱਕ ਤਾਂ ਜਦੋਂ ਕੁਝ ਨੌਜਵਾਨਾਂ ਨੇ ਇਹ ਕੱਢਿਆ ਸੀ ਟਰਾਲੀ ਟਾਈਮਸ, ਫਿਰ ਇੱਕ ਜਿਹੜਾ ਬੜਾ ਫੇਮਸ ਹੋਇਆ ਟਵਿੱਟਰ ਦੇ ਉੱਤੇ ਅਕਾਊਂਟ ਟਰੈਕਟਰ ਟੂ ਟਵਿੱਟਰ, ਇਹ ਆਪਣੇ ਆਪ ਦੇ ਵਿੱਚ ਵਰਡ ਇਸ ਤਰ੍ਹਾਂ ਦੇ ਨੇ। ਇਹਨਾਂ ਦਾ ਜ਼ਿਕਰ ਹੁਣ ਜ਼ਰੂਰ ਜਿੰਨਾ ਕੁ ਵੀ ਹੋ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਜ਼ਿਕਰ ਹੋਊਗਾ ਜਦੋਂ ਕੋਈ ਇਹ ਲੱਭੂਗਾ ਵੀ ਟਰਾਲੀ ਟਾਈਮਸ ਕੀ ਸੀਗਾ। ਵੀ ਟਰਾਲੀ ਤਾਂ ਭਾਰ ਢੋਣ ਦੇ ਵਾਸਤੇ ਹੁੰਦੀ ਆ, ਜਿਹੜੀ ਕਿ ਜ਼ਿਮੀਂਦਾਰਾਂ ਨਾਲ ਜੁੜੀ ਹੋਈ ਆ। ਟਰਾਲੀ ਟਾਈਮਸ ਮੀਨ ਅਖਬਾਰ, ਟਰੈਕਟਰ ਟੂ ਟਵਿੱਟਰ ਮੀਨ ਕਿ ਟਵਿੱਟਰ ਦੇ ਉੱਤੇ ਇੱਕ ਜਿਹੜਾ ਜੀ ਉਹ ਅਕਾਊਂਟ। ਸੋ ਇਹਨਾਂ ਦੋ ਚੀਜ਼ਾਂ ਨੇ ਬਹੁਤ ਜ਼ਿਆਦਾ ਜਿਹੜਾ ਸੀਗਾ ਉਹ ਇਸ ਅੰਦੋਲਨ ਦਾ ਮੂੰਹ ਮੁਹਾਂਦਰਾ ਜਿਹੜਾ ਉਹ ਬਣਾਇਆ। ਮੈਂ ਇਹ ਕਹੂੰਗਾ ਟਵਿੱਟਰ ਸਰਕਾਰ ਦੇ ਵਾਸਤੇ ਉਨੀ ਦੇਰ ਤੱਕ ਖਤਰਨਾਕ ਨਹੀਂ ਸੀ ਜਿੰਨੀ ਦੇਰ ਤੱਕ ਉਹਨਾਂ ਦਾ ਆਈਟੀ ਵਿੰਗ ਸਰਗਰਮ ਸੀ। ਬਿਲਕੁਲ, ਠੀਕ ਹੈ ਜੀ। ਉਹਨਾਂ ਸਰਕਾਰ ਵੀ ਉਹਨਾਂ ਦੀ ਆਈਟੀ ਵਿੰਗ ਉਹਨਾਂ ਦਾ। ਤੇ ਜਦੋਂ ਕਿਸਾਨਾਂ ਦੇ ਧੀਆਂ ਪੁੱਤ ਉਹਦੇ ਉੱਤੇ ਆ ਗਏ, ਉਹ ਮੁਕਾਬਲਾ ਕਰਨ ਲੱਗ ਗਏ ਉਹਦਾ, ਤੇ ਇਹਨਾਂ ਨੂੰ ਟਵਿੱਟਰ ਜਿਹੜਾ ਸੀਗਾ ਫਿਰ ਉਹ ਖਤਰਨਾਕ ਲੱਗਣ ਲੱਗ ਗਿਆ। ਫਿਰ ਟਵਿੱਟਰ ਵਾਲਿਆਂ ਨੂੰ ਸੱਦ ਕੇ ਜਿਵੇਂ ਇਹਨਾਂ ਨੇ ਗੋਡਿਆਂ ਪਰਨੇ ਕੀਤਾ, ਉਹ ਸਭ ਦੇ ਜਿਹੜਾ ਉਹ ਸਾਹਮਣੇ ਸੀਗਾ। ਮੈਂ ਇਹਨੂੰ ਇਸ ਤਰੀਕੇ ਦੇ ਨਾਲ ਦੇਖਦਾ ਕਿ 100 ਦਿਨ ਜਿਹੜੇ ਪੂਰੇ ਹੋਣੇ, 100 ਦਿਨ ਥੋੜ੍ਹਾ ਸਮਾਂ ਨਹੀਂ ਹੁੰਦਾ। ਅਸੀਂ ਤਾਂ ਗਰਾਊਂਡ ਦੇ ਉੱਤੇ ਜਾ ਕੇ ਆਪਾਂ ਜਿਹੜਾ ਉਹ ਦੇਖਿਆ ਸਾਰਾ, ਕਿ ਜਦੋਂ ਤੁਸੀਂ ਤੁਰਦੇ ਹੋ 26 ਤਰੀਕ ਨੂੰ ਜਦੋਂ ਇੱਥੋਂ ਲੋਕ ਜਾਂਦੇ ਨੇ, ਕਦੀ ਕਿਸੇ ਦੇ ਦਿਮਾਗ ਦੇ ਵਿੱਚ ਚੇਤੇ 'ਚ ਸੀਗਾ ਕਿ ਸੜਕ ਦੇ ਉੱਤੇ ਅਸੀਂ ਰਹਾਂਗੇ, ਉੱਥੇ ਸਾਡੇ ਚੌਂਕੇ ਚੁੱਲ੍ਹੇ ਬਣ ਜਾਣਗੇ, ਉੱਥੇ ਸਾਡੇ ਵਾਸ਼ਰੂਮ ਜਿਹੜੇ ਉਹ ਬਣ ਜਾਣਗੇ। ਤੇ ਹੁਣ ਤਾਂ ਉਹ ਬੋਰ ਕੀਤੇ ਜਾ ਰਹੇ ਨੇ, ਹਾਂ ਬੋਰ ਉੱਥੇ ਹੋ ਜਾਣਗੇ। ਔਰ ਅਸੀਂ ਇੰਨੀ ਠੰਡ ਦੇ ਵਿੱਚ ਉਹਨਾਂ ਠੰਡੀਆਂ ਸੜਕਾਂ 'ਤੇ ਟਰਾਲੀ ਜਿਹੜੀ ਲੋਹੇ ਦੀ ਆ, ਲੋਹਾ ਠਰਦਾ ਵੀ ਛੇਤੀ ਹੈ, ਤਪਦਾ ਵੀ ਛੇਤੀ ਹੈ, ਉਹਦੇ ਵਿੱਚ ਅਸੀਂ 100 ਦਿਨ ਰਹਿ ਸਕਾਂਗੇ। ਇਹ ਆਪਣੇ ਆਪ ਦੇ ਵਿੱਚ ਕਮਾਲ ਦੀ ਗੱਲ ਹੈ। ਔਰ ਜਿਹੜੀ ਟਰਾਲੀ ਆ ਉਹ ਟਕੈਤ ਸਾਹਿਬ ਨੇ ਵੀ ਕਿਹਾ, ਗੱਲ ਵੀ ਠੀਕ ਆ, ਵੀ ਇਹ ਟੈਂਕਰ ਦੇ ਰੂਪ ਦੇ ਵਿੱਚ ਜਿੱਦਾਂ ਦੀ ਇਹ ਟੈਂਕ ਬਣ ਕੇ ਜਿਹੜੀ ਆ ਉਹ ਆਈ ਆ। ਇੱਕ ਰਾਹ ਖੋਲ੍ਹ ਦਿੱਤਾ ਇਹਨੇ ਕਿਸਾਨਾਂ ਦੇ ਵਾਸਤੇ, ਵਿਸ਼ਵ ਦੇ ਕਿਸਾਨਾਂ ਦੇ ਵਾਸਤੇ। ਇੱਕ ਤਾਂ ਨਾਅਰੇ ਨੇ, ਨਾਅਰਾ ਬੜਾ ਛੋਟਾ ਜਿਹਾ, ਨੋ ਫਾਰਮਰ ਨੋ ਫੂਡ, ਮੀਨਿੰਗ ਬਹੁਤ ਵੱਡਾ ਹੈ, ਬਹੁਤ ਵੱਡਾ ਮੀਨਿੰਗ ਹੈ ਇਹਦਾ। ਟਰਾਲੀ ਨੇ ਰਾਹ ਇਉਂ ਖੋਲ੍ਹ ਦਿੱਤਾ ਕਿ ਇਹਨੂੰ ਛੱਤ ਕੇ ਇਹਦੇ ਵਿੱਚ ਪਰਾਲੀ ਸੁੱਟ ਕੇ ਇਹਦੇ 'ਚ ਟੀਵੀ ਵੀ ਲਾਇਆ ਜਾ ਸਕਦਾ, ਇਹਦੇ 'ਚ ਰੋਟੀ ਪਾਣੀ ਵੀ ਖਾਧਾ ਜਾ ਸਕਦਾ, ਇਹਦੇ 'ਚ ਸੁੱਤਾ ਵੀ ਜਾ ਸਕਦਾ, ਇਹਨੂੰ ਸਟੇਜ ਦੇ ਤੌਰ ਦੇ ਉੱਤੇ ਵੀ ਵਰਤਿਆ ਜਾ ਸਕਦਾ। ਇਹਦੇ ਨਾਲ ਅੱਗੇ ਅੰਦੋਲਨ ਵੀ ਕੀਤਾ, ਹਾਂ ਇਹਦੇ ਨਾਲ ਪ੍ਰੈਸ ਕਾਨਫਰੰਸ ਵੀ ਤੁਸੀਂ ਉਹਦੇ ਵਿੱਚ ਜਿਹੜੀ ਜੀ ਉਹ ਕਰ ਸਕਦੇ ਹੋ। ਇੱਕ ਸਿੰਬਲ ਦੇ ਰੂਪ ਦੇ ਵਿੱਚ ਟਰਾਲੀ ਜਿਹੜੀ ਜੀ ਉਹ ਉੱਭਰੀ, ਐਸੀ ਉੱਭਰੀ ਕਿ ਟਰਾਲੀ ਤੋਂ ਚੱਲ ਕੇ 100 ਦਿਨ ਜਿੱਦਣ ਹੋਏ, ਟਾਈਮ ਮੈਗਜ਼ੀਨ ਜਿਹੜਾ ਕਿ ਵਿਸ਼ਵ ਦਾ ਬਹੁਤ ਵੱਡਾ ਇੱਕ ਮੈਗਜ਼ੀਨ ਹੈ, ਉਹਨੇ ਮੁੱਖ ਪੰਨੇ ਦੇ ਉੱਤੇ ਔਰਤਾਂ ਦੀ ਜਿਹੜੀ ਫੋਟੋ ਲਾਈ, ਪੰਜਾਬੀ ਜਿਹੜੀਆਂ ਔਰਤਾਂ, ਔਰ ਉਹਨਾਂ ਦੀ ਜਿਹੜੀ ਵਰਡਿੰਗ ਆ ਉਹ ਕਹਿੰਦੀ ਵੀ ਮੈਂ ਡਰਦੀ ਨਹੀਂ, ਨਾ ਅਸੀਂ ਵਿਕਾਊਂਗਾ, ਨਾ ਸਾਨੂੰ ਕੋਈ ਖਰੀਦ ਸਕੇ। ਇਹ ਬੜੀ ਵੱਡੀ ਗੱਲ ਹੈ। ਮੈਂ ਸਮਝਦਾ ਗੁਰੂ ਤੇਗ ਬਹਾਦਰ ਦੇ ਜਿਹੜੇ 9ਵੇਂ ਮਹੱਲੇ ਦੇ ਸ਼ਲੋਕ ਨੇ ਨਾ, ਉਹਨਾਂ ਦੇ ਵਿੱਚ ਇੱਕ ਸ਼ਲੋਕ ਆ ਬਹੁਤ ਕਮਾਲ ਦਾ। ਉਹ ਕਹਿੰਦੇ ਨੇ 9ਵੇਂ ਪਾਤਸ਼ਾਹ ਕਿ ਭੈ ਕਾਹੂ ਕੋ ਦੇਤ ਨਹਿ ਪੈ ਮਾਨਤਾਨ। ਉਹ ਇਹ ਕਹਿੰਦੇ ਆ ਕਿ ਮੈਂ ਕਿਸੇ ਨੂੰ ਡਰਾਉਂਦਾ ਨਹੀਂ, ਪਰ ਅਗਲੀ ਲਾਈਨ 'ਚ ਫਿਰ ਉਹ ਕਹਿੰਦੇ ਮੈਂ ਡਰਦਾ ਵੀ। ਇਹ ਉਸ ਚੀਜ਼ ਨੂੰ ਅੱਗੇ ਜਿਹੜਾ ਉਹ ਔਰਤਾਂ ਜਿਹੜੀਆਂ ਉਹ ਪ੍ਰਮੋਟ ਕਰ ਰਹੀਆਂ ਨੇ। ਜੇ ਤੁਸੀਂ ਇਹ ਕਹਿੰਦੇ ਨਾ ਮੈਂ ਨਹੀਂ ਡਰਦਾ ਕਿਸੇ ਤੋਂ, ਫਿਰ ਉਹ ਹੰਕਾਰ ਹੈ। ਇਸ ਕਰਕੇ 9ਵੇਂ ਮਹੱਲੇ ਦੇ ਜਿਹੜੇ ਸ਼ਲੋਕ ਨੇ ਉਹਦਾ ਇਸ ਪੱਖੋਂ ਮਾਇਨੇ ਬਿਲਕੁਲ ਡਿਫਰੈਂਟ ਨੇ। ਉਹ ਕਹਿੰਦੇ ਮੈਂ ਕਿਸੇ ਨੂੰ ਡਰਾਉਂਦਾ ਨਹੀਂ, ਫਿਰ ਉਹ ਬਾਅਦ 'ਚ ਗੱਲ ਕਰਦੇ ਕਿ ਮੈਂ ਡਰਦਾ ਵੀ ਨਹੀਂ ਕਿਸੇ ਤੋਂ। ਇਹ ਉਹੋ ਜਿਹਾ ਟਾਈਮ ਮੈਗਜ਼ੀਨ ਦੇ ਉੱਤੇ ਆ। ਟਰਾਲੀ ਤੋਂ ਸ਼ੁਰੂ ਹੋਇਆ ਸੰਘਰਸ਼ ਟਾਈਮ ਮੈਗਜ਼ੀਨ ਤੱਕ ਪਹੁੰਚ ਜਾਣਾ, ਇਹ ਬਹੁਤ ਵੱਡੀ ਜਿਹੜੀ ਇਸ ਸੰਘਰਸ਼ ਦੀ ਪ੍ਰਾਪਤੀ ਹੈ। ਪन्नू ਸਾਹਿਬ, ਤੁਸੀਂ 100 ਦਿਨ ਦੀ ਗੱਲ ਹੋ ਗਈ, ਆਪਣੇ ਅੰਦੋਲਨ ਜਿਹੜਾ ਬੜੇ ਲੰਮੇ ਪੜਾਵਾਂ ਦੇ ਵਿੱਚੋਂ ਲੰਘ ਕੇ ਗਿਆ। 100 ਦਿਨ ਤਾਂ ਚਲੋ ਆਪਾਂ ਨੂੰ ਉੱਥੇ ਬੈਠੇ 26 ਨਵੰਬਰ ਤੋਂ ਆਪਾਂ ਉੱਥੇ ਬੈਠੇ ਹਾਂ। ਪਿੱਛੇ ਜਿਹੜੇ 3 ਮਹੀਨੇ 4 ਮਹੀਨੇ ਆਪਾਂ ਨੂੰ ਪੰਜਾਬ ਦੇ ਵਿੱਚ ਵੀ ਕੱਟੇ ਨੇ। ਇਹ ਸਾਰੇ ਜਿੰਨੇ ਵੀ ਅੰਦੋਲਨ ਨੂੰ ਆਪਾਂ ਇਕੱਠਾ ਕਰਕੇ ਉਹਦੇ 'ਤੇ ਇੱਕ ਨਿਗਾਹ ਮਾਰੀਏ, ਅਤੇ ਫਿਰ ਆਪਾਂ ਪਿੱਛੇ ਆਜ਼ਾਦੀ ਦੀ ਜਿਹੜੀ ਲੜਾਈ ਹੋਈ ਹੈ ਉਹਦੇ 'ਤੇ ਨਿਗਾਹ ਮਾਰੀਏ, ਕਿ ਇਹ ਜਿਹੜਾ ਅੰਦੋਲਨ ਹੈ, ਅਗਰ ਇਸ ਦਾ ਆਕਾਰ ਦੇਖਿਆ ਜਾਵੇ ਤਾਂ ਕੀ ਤੁਹਾਨੂੰ ਲੱਗਦਾ ਕਿ ਇਹ ਉਸ ਤੋਂ ਵੀ ਵੱਡਾ ਅੰਦੋਲਨ ਬਣ ਕੇ ਆਇਆ ਸਾਹਮਣੇ? ਦੇਖੋ, ਅੰਦੋਲਨ ਚਾਹੇ ਕਿਸੇ ਇੱਕ ਗਲੀ ਦਾ ਹੋਵੇ,
ਚਾਹੇ ਇੱਕ ਸ਼ਹਿਰ ਦਾ ਹੋਵੇ, ਸੂਬੇ ਦਾ ਹੋਵੇ, ਮੁਲਕ ਦਾ, ਅੰਦੋਲਨ ਹੈ। ਜਦੋਂ ਕਿਸੇ ਅੰਦੋਲਨਕਾਰੀ ਨੇ ਇਹ ਆਪਣੇ ਮਨ 'ਚ ਵਸਾ ਲਿਆ ਕਿ ਮੈਂ ਆਪਣੇ ਹੱਕਾਂ ਦੇ ਪ੍ਰਤੀ ਲੜਨਾ, ਮੈਂ ਆਪਣੇ ਆਪ ਨਾਲ ਧੱਕਾ ਨਹੀਂ ਜਿਹੜਾ ਉਹ ਹੋਣ ਦੇਣਾ, ਫਿਰ ਬਾਬਰ ਨੂੰ ਜਾਬਰ ਕਹਿਣ ਦੀ ਜਿਹੜੀ ਉਹ ਜੁਰਤ ਤੁਹਾਡੇ ਵਿੱਚ ਜਿਹੜੀ ਜੀ ਉਹ ਆ ਜਾਂਦੀ ਹੈ। ਜੋ ਗੁਰੂ ਨਾਨਕ ਸਾਹਿਬ ਦੀ ਜਿਹੜੀ ਉਹ ਫਿਲਾਸਫੀ ਹੈ ਕਿ ਪਾਪ ਕੀ ਜੰਜ ਲੈ ਕਾਬਲੋਂ ਆਇਆ, ਜੋਰੀ ਮੰਗੇ ਦਾਨਵੇ ਲਾਲੋ, ਹਾਂਜੀ, ਸ਼ਰਮ ਧਰਮ ਦੋਏ ਛਿਪ ਖਲੋਆ, ਕੂੜ ਫੇਰੇ ਪ੍ਰਧਾਨ ਵੇ ਲਾਲੋ। ਉਹ ਗੁਰੂ ਨਾਨਕ ਸਾਹਿਬ ਤਾਂ ਉਹ ਇਕੱਲੇ ਸੀ, ਉਹਨਾਂ ਦੇ ਅੱਜ ਤਾਂ ਫੋਲੋਅਰਸ ਬਹੁਤ ਜਿਹੜਾ ਦੀ ਉਹ ਵੱਡੇ ਨੇ। ਮੈਂ ਅਕਾਲੀ ਮੋਰਚਿਆਂ ਦਾ ਇਤਿਹਾਸ, ਇੱਕ ਕਿਤਾਬ ਹੈ ਸੋਹਣ ਸਿੰਘ ਜੋਸ਼ ਹੋਰਾਂ ਦੀ, ਉਹ ਪੜ੍ਹਨ ਵਾਲੀ ਕਿਤਾਬ ਹੈ, ਕਈ ਵਾਰੀ ਪੜ੍ਹੀ ਹੈ। ਉਹਦੇ ਵਿੱਚ ਉਹਨਾਂ ਮੋਰਚਿਆਂ ਦੇ ਬਾਰੇ ਦੇ ਵਿੱਚ ਜਿਹੜਾ ਦੀ ਉਹ ਪੜ੍ਹਿਆ। ਪਿਛਲੇ ਦਿਨੀ ਜਿਹੜਾ ਸਾਕਾ ਨਨਕਾਣਾ ਸਾਹਿਬ ਹੋਇਆ ਸੀ, ਉਹਦੇ 100 ਵਰ੍ਹੇ ਜਿਹੜੇ ਉਹ ਪੂਰੇ ਹੋਏ ਆ। ਔਰ ਜਿਹੜਾ ਨਵਰੀਤ ਦੀ ਜਿਹੜੀ ਡੈਥ ਹੋਈ ਹੈ ਦਿੱਲੀ ਦੇ ਵਿੱਚ, ਉਹਦੇ ਜਿਹੜੇ ਦਾਦਾ ਜੀ ਨੇ, ਉਹਦੇ ਦਾਦਾ ਜੀ ਜਿਹੜੇ ਸੀ, ਮਤਲਬ ਕਿ ਉਹਦੇ ਨਕੜ ਦਾਦਾ ਜਿਹੜੇ ਸੀਗੇ, ਉਹ ਅਕਾਲੀ ਉਹ ਜਿਹੜਾ ਸਾਕਾ ਨਨਕਾਣਾ ਸਾਹਿਬ, ਉਹਦੇ ਵਿੱਚ ਜਿਹੜਾ ਉਹ ਸੀਗੇ। ਹਰ ਮੋਰਚੇ ਦਾ ਇੱਕ ਆਪਣਾ ਇਤਿਹਾਸ ਹੈ। ਇਹ ਜਿਹੜਾ ਮੋਰਚਾ ਹੈ ਕਿਸਾਨੀ ਮੋਰਚਾ, ਗੱਲ ਮੈਂ ਇਹਨੂੰ ਇਸ ਹਿਸਾਬ ਦੇ ਨਾਲ ਨਹੀਂ ਲੈਂਦਾ ਜੀ ਕਿ ਕੋਈ ਵੱਡਾ ਹੈ ਜਾਂ ਛੋਟਾ ਹੈ, ਪਰ ਮੇਰੀ ਜਾਚੇ ਇਹਦੇ ਵਿੱਚ ਜੋ ਸਿਰੜ, ਜੋ ਸੰਜਮ ਜਿਹੜਾ ਉਹ ਦੇਖਿਆ, ਉਹ ਅਸੀਂ ਚੀਜ਼ਾਂ ਪੜ੍ਹੀਆਂ ਨੇ, ਇਹ ਚੀਜ਼ਾਂ ਅਸੀਂ ਵੇਖੀਆਂ ਨੇ। ਨਹੀਂ, ਮਾਫ਼ ਕਰਨਾ ਤੁਹਾਨੂੰ ਰੋਕ ਰਿਹਾ, ਮੇਰੇ ਕਹਿਣ ਤੋਂ ਭਾਵ ਇੱਥੇ ਇਹ ਹੈ ਕਿ ਉਹ ਜਿਹੜੀ ਜੰਗ ਸੀ, ਆਜ਼ਾਦੀ ਦੀ ਜਿਹੜੀ ਜੰਗ ਲੜੀ ਗਈ ਸੀ, ਉਹ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜੀ ਗਈ ਸੀ। ਅਤੇ ਉਸ ਦੇ ਵਿੱਚ ਇੱਕ ਠੀਕ ਸੀਗਾ, ਚੱਲ ਰਿਹਾ ਸੀਗਾ, ਜਿਸ ਤਰ੍ਹਾਂ ਆਪਣੇ ਉੱਤੇ ਹੁਕੂਮਤ ਕਰ ਰਹੇ ਸੀ ਲੋਕ, ਆਪਾਂ ਨੂੰ ਲਗਾਨ ਲਗਾ ਰਹੇ ਸੀ, ਹੋਰ ਬੜੀਆਂ ਚੀਜ਼ਾਂ ਟੈਕਸ ਲਗਾ ਰਹੇ ਸੀ, ਹੋਰ ਬੜਾ ਕੁਝ ਹੋ ਰਿਹਾ ਸੀ, ਜ਼ੁਲਮ ਹੋ ਰਹੇ ਸੀ। ਲੇਕਿਨ ਜ਼ਮੀਨਾਂ ਖੋਹਣ ਤੱਕ ਜਿਹੜੀ ਨੌਬਤ ਨਹੀਂ ਸੀ ਕਿਸੇ ਨੂੰ ਵੀ ਲੱਗ ਰਹੀ। ਇੱਥੇ ਜਿਹੜੀ ਹੈ ਉਹ ਸਾਰਿਆਂ ਨੂੰ ਇੱਕ ਡਰ ਪੈਦਾ ਹੋਇਆ ਵੀ ਆਉਣ ਵਾਲੇ ਸਮੇਂ 'ਚ ਸਾਡੇ ਕੋਲੋਂ ਸਾਡੀਆਂ ਜ਼ਮੀਨਾਂ ਖੋਹੀਆਂ ਜਾਣਗੀਆਂ। ਅਤੇ ਇਸ ਨਜ਼ਰੀਏ ਨਾਲ ਇਹ ਅੰਦੋਲਨ ਉਸ ਨਾਲੋਂ ਵੀ ਵੱਡਾ ਨਜ਼ਰ ਆ ਰਿਹਾ ਹੈ ਬਹੁਤ ਸਾਰੇ। ਬਿਲਕੁਲ, ਜਿਹੜਾ ਜੀ ਵਿੱਚ ਕੋਈ ਸ਼ੱਕ ਨਹੀਂ ਗਾ, ਇਹਦੇ 'ਚ ਕੋਈ ਸ਼ੱਕ ਨਹੀਂ ਗਾ ਕਿ ਜਦੋਂ ਕੋਈ ਮਾਂ ਆ, ਜਿਹੜੀ ਭੋਏ ਆ, ਉਹ ਮਾਂ ਆ, ਧਰਤੀ ਜਿਹੜੀ ਕਿਸਾਨ ਦੀ, ਉਹ ਹੈ ਤਾਂ ਵੈਸੇ ਧਰਤੀ ਹਰੇਕ ਦੀ ਮਾਂ, ਪਰ ਕਿਸਾਨ ਦੇ ਕੋਲੇ ਉਸ ਧਰਤੀ ਤੋਂ ਬਿਨਾਂ ਹੋਰ ਹੈ ਕੀ? ਤਾਂ ਹੀ ਧਰਤੀ ਪੁੱਤਰ ਕਹਿੰਦੇ, ਠੀਕ ਹੈ ਨਾ। ਉਹਨੂੰ ਧਰਤੀ ਦਾ, ਉਹ ਮਿੱਟੀ ਦੇ ਨਾਲ ਮਿੱਟੀ ਹੁੰਦਾ, ਇਸ ਕਰਕੇ ਉਹਨੂੰ ਮਿੱਟੀ ਦਾ ਪੁੱਤ ਜਿਹੜਾ ਉਹ ਕਿਹਾ ਜਾਂਦਾ ਨਾ, ਕਿ ਉੱਥੋਂ ਉਹਦੇ ਵਿੱਚੋਂ ਉਹ ਜਨਮਿਆ ਹੋਇਆ। ਦੇਖੋ, ਇਹੋ ਜਿਹੀ ਪੇਸ਼ੈਂਸ ਜਿਹੜੀ ਆ ਉਹ ਕਿਸਾਨ 'ਚ ਹੀ ਹੋ ਸਕਦੀ ਹੈ ਨਾ, ਕਿ ਕਣਕ ਬੀਜਤੀ ਅਤੇ ਮੁੜ ਕੇ ਉਹ ਕਿੰਨੇ ਮਹੀਨੇ ਉਡੀਕਦਾ ਕਿ ਕਦੋਂ ਪੱਕੂਗੀ। ਉਹ ਪੇਸ਼ੈਂਸ ਜਿਹੜੀ ਆ ਤੁਹਾਨੂੰ ਟਰਾਲੀਆਂ ਦੇ ਵਿੱਚ ਵੀ ਦਿਸਦੀ ਹੈ। ਜਦੋਂ ਟਰਾਲੀ, ਮੈਂ ਖੁਦ ਦੇਖਿਆ, ਉਹ ਕੋਈ ਆ ਕੇ ਟਰਾਲੀ ਖੜਕਾ ਰਿਹਾ, ਉਹ ਕਹਿੰਦੇ ਜੀ ਕੰਬਲ ਆ ਅਸੀਂ ਲੈ ਕੇ ਆਏ, ਬਹੁਤ ਸ਼ਾਨਦਾਰ ਕੰਬਲ। ਤੋ ਅੰਦਰ ਜਿਹੜਾ ਮਤਲਬ ਉਹ ਬਜ਼ੁਰਗ ਕਹਿੰਦੇ ਸਾਡੇ ਕੋਲੇ ਹੈਗੇ, ਤੁਸੀਂ ਅੱਗੇ ਦੇ ਦਿਓ। ਇਹ ਚੀਜ਼ਾਂ ਜਿਹੜੀਆਂ ਨੇ, ਇਹ ਸਬਰ, ਹਾਂ ਸਬਰ, ਜਿਹੜਾ ਇੰਨਾ ਸਬਰ ਜਿਹੜਾ ਹੋਣਾ, ਉਸ ਸਬਰ ਨੇ ਹੀ ਇਸ ਅੰਦੋਲਨ ਨੂੰ ਇੱਥੋਂ ਤੱਕ ਜਿਹੜਾ ਉਹ ਲੈ ਕੇ ਆਉਂਦਾ। ਤੁਹਾਡੀ ਗੱਲ ਠੀਕ ਹੈ, ਇਹ ਇਸ ਪੱਖੋਂ ਬਿਲਕੁਲ ਨਿਵੇਕਲੀ ਗੱਲ ਹੈ ਕਿ ਜ਼ਮੀਨਾਂ ਖੋਹਣ ਤੱਕ ਨੌਬਤ ਪਹਿਲਾਂ ਨਹੀਂ ਸੀ ਆਈ। ਕਿ ਇੱਕ ਚੀਜ਼ ਹੁੰਦੀ ਹੈ ਦੇਸ਼ ਪ੍ਰੇਮ, ਇੱਕ ਹੁੰਦਾ ਆਪਾਂ ਆਪਣੀ ਹੋਂਦ ਬਚਾਉਣਾ, ਮੇਰੇ ਕੋਲੋਂ ਸਾਰਾ ਕੁਝ ਹੀ ਖੋਇਆ ਜਾਏਗਾ। ਦੇਖੋ, ਜਿਹੜੀ ਦੇਸ਼ ਦੀ ਹੋਂਦ ਹੈ ਉਹ ਵੀ ਤਾਂ ਉਹਦੇ ਨਾਗਰਿਕਾਂ ਦੇ ਨਾਲ ਹੈ ਨਾ, ਨਾਗਰਿਕਾਂ ਦੇ ਨਾਲ, ਠੀਕ ਹੈ। ਉਹਦੀ ਰੀੜ੍ਹ ਦੀ ਹੱਡੀ ਕੌਣ ਹੈ? ਉਹਦੀ ਰੀੜ੍ਹ ਦੀ ਹੱਡੀ ਕਿਸਾਨ ਹੈ। ਕਿਸਾਨ ਨੂੰ ਤੁਸੀਂ ਇੱਦਾਂ ਪਰੇਸ਼ਾਨ ਕਰਕੇ ਤੁਸੀਂ ਉਹ ਜਿਹੜੀ ਇਕਜੁੱਟਤਾ ਜਾਂ ਦੇਸ਼ ਜਿਹੜਾ ਉਹਨੂੰ ਕਿਵੇਂ ਇਕੱਠਾ ਫਿਰ ਰੱਖ ਸਕਦੇ ਹੋ? ਕਿਸਾਨ ਇੱਕ ਸਿੰਪਲ ਦੀ ਜਿਹੜੀ ਉਹ ਫੰਡਾ, ਮੈਂ ਕੱਲ੍ਹ ਵੀ ਗੱਲ ਕਿਸੇ ਨਾਲ ਕਰ ਰਿਹਾ ਸੀਗਾ। ਹੁਣ ਕੀ ਕੀਤਾ ਕੇਂਦਰ ਦੀ ਸਰਕਾਰ ਨੇ, ਇੱਕ ਨਵਾਂ ਜਿਹੜਾ ਕੀਤਾ ਕਿ ਅਸੀਂ ਸਿੱਧੇ ਪੈਸੇ ਪਾਵਾਂਗੇ ਕਣਕ ਦੇ, ਅਸੀਂ ਆੜ੍ਹਤੀਆਂ ਨੂੰ ਸਾਈਡ 'ਤੇ ਜਿਹੜਾ ਕੱਢ ਦੇਣਾ, ਕਿਸਾਨਾਂ ਦੇ ਅਕਾਊਂਟ ਨੰਬਰ ਦਿਓ, ਆਪਣੀ ਜ਼ਮੀਨ ਦੀ ਡਿਟੇਲ ਜਿਹੜੀ ਦਿਓ। ਮੇਰਾ ਸਵਾਲ ਇਹ ਆ ਕੁਲਵੰਤ ਸਿੰਘ ਜੀ, ਜਦੋਂ ਜ਼ਿਮੀਂਦਾਰ ਦੇ ਘਰੇ, ਕਿਸਾਨ ਦੇ ਘਰੇ ਕੋਈ ਵਿਆਹ ਸ਼ਾਦੀ ਹੈ, ਕੋਈ ਅਖੰਡ ਪਾਠ ਦਾ ਭੋਗ ਹੈ, ਕੋਈ ਉਹਨੇ ਪੱਗ ਬਣਾਉਣੀ ਹੈ, ਕੋਈ ਸਾਡੇ ਜਿਹੜੇ ਛੋਟੇ ਛੋਟੇ ਸਮਾਗਮ ਨੇ, ਉਹਦੇ ਵਾਸਤੇ ਉਹ ਆੜ੍ਹਤੀਏ ਕੋਲੇ ਜਾਂਦਾ। ਆੜ੍ਹਤੀਆ ਨੂੰ ਪੁੱਛਦਾ ਵੀ ਕਿੰਨੇ ਬੰਦਿਆਂ ਦਾ ਇਕੱਠ ਹੈ? ਉਹ ਕਹਿੰਦਾ ਜੀ ਵੀ 200 250 ਬੰਦਾ ਹੋ ਜੂ, 400। ਉਹ ਇੱਕ ਉਹਨੂੰ ਪਰਚੀ ਲਿਖ ਕੇ ਦਿੰਦਾ ਵੀ ਆਹ ਜਿਹੜੀ ਫਲਾਨੀ ਸੌਦੇ ਵਾਲੀ ਦੁਕਾਨ ਹੈ, ਉੱਥੋਂ ਤੂੰ ਸੌਦਾ ਚੁੱਕ ਲੈ। ਉਹ ਪਰਚੀ ਸੌਦੇ ਵਾਲੀ ਦੁਕਾਨ 'ਤੇ ਗਈ, ਉਹ ਸੌਦੇ ਵਾਲੀ ਦੁਕਾਨ ਵਾਲਾ ਭੋਰਾ ਵੀ ਹੀਲ ਹੁਜਤ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਇਹ ਪਰਚੀ ਜਿੱਥੋਂ ਆਈ ਹੈ ਆੜ੍ਹਤੀਏ ਤੋਂ ਮੇਰੇ ਪੈਸੇ ਕਿਤੇ ਨਹੀਂ ਮਰਦੇ, ਠੀਕ ਹੈ। ਦੂਸਰੀ ਲੋੜ ਜਿਹੜੀ ਆ ਉਹਨੂੰ ਪੈਂਦੀ ਕਿਸਾਨ ਨੂੰ ਕੱਪੜੇ ਲੱਤੇ ਦੀ, ਵਿਆਹ ਸ਼ਾਦੀ ਧਰਿਆ, ਉਹ ਕੱਪੜੇ ਵਾਲੇ ਦੁਕਾਨ ਦੀ ਪਰਚੀ ਦਿੰਦਾ ਆੜ੍ਹਤੀਆ ਲਿਖ ਕੇ, ਆਹ ਪਰਚੀ ਫਲਾਂ ਦੁਕਾਨ ਦੇ ਉੱਤੇ ਤੂੰ ਲਿਜਾਣੀ ਹੈ। ਉਹ ਪਰਚੀ ਦਿੰਦਾ, ਉਹ ਦੁਕਾਨ ਵਾਲਾ ਪੁੱਛਦਾ ਬੋਲੋ ਜੀ ਕੀ ਤੁਹਾਨੂੰ ਚਾਹੀਦਾ, ਉਹ ਉਹਨੂੰ ਜਿੰਨਾ ਕੱਪੜਾ, ਕਿਉਂਕਿ ਉਹਨੂੰ ਪਤਾ ਮੇਰਾ ਪੈਸਾ ਕਿਤੇ ਨਹੀਂ ਚੱਲਿਆ। ਜਦੋਂ ਤੁਸੀਂ ਡਾਇਰੈਕਟ ਅਕਾਊਂਟ ਦੀ ਗੱਲ ਕਰ ਰਹੇ ਹੋ, ਜਿਨ੍ਹਾਂ ਨੂੰ ਤੁਸੀਂ ਵਿਚੋਲੀਏ ਕਹਿ ਰਹੇ ਹੋ, ਤੁਸੀਂ ਕਹਾਵਤਾਂ ਥੋੜ੍ਹੀ ਨਾ ਬਦਲ ਦਿਓਗੇ, ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ, ਠੀਕ ਹੈ ਨਾ। ਸ਼ਾਹ ਕੌਣ ਹੈ? ਉਹ ਤੁਹਾਡੇ ਆੜ੍ਹਤੀਆ ਸਿਸਟਮ ਹੈ। ਜਦੋਂ ਇੱਕ ਸਿਸਟਮ
ਪ੍ਰੋਪਰ ਚੱਲ ਰਿਹਾ, ਉਹਦੇ ਵਿੱਚ ਕੋਈ ਮੁਸ਼ਕਲ ਨਹੀਂ ਆ ਰਹੀ। ਜੇ ਉਹਦੇ 'ਚ ਮੁਸ਼ਕਲ ਹੈ, ਜੇ ਉਹਦੇ 'ਚ ਕੋਈ ਊਣਤਾਈ ਆ, ਤੁਸੀਂ ਊਣਤਾਈ ਠੀਕ ਕਰ ਲਓ। ਤੁਸੀਂ ਇਹ ਥੋੜ੍ਹੀ ਨਾ ਕਹੋਗੇ ਆਪਾਂ ਹੁਣ ਕਮਰੇ 'ਚ ਬੈਠੇ ਆ, ਕਮਰੇ ਦੇ ਵਿੱਚ ਕਿਸੇ ਜਗ੍ਹਾ ਟੀਪ ਦੀ ਲੋੜ ਹੈ, ਤੁਸੀਂ ਉਹ ਟੀਪ ਕਰ ਦਿਓਗੇ, ਪੇਂਟ ਦੀ ਲੋੜ ਆ ਪੇਂਟ ਕਰ ਦਿਓਗੇ, ਕਮਰਾ ਥੋੜ੍ਹੀ ਢਾਓਗੇ। ਤੁਸੀਂ ਢਾਂਚਾ ਢਾਹ ਕੇ ਇਹ ਕਹੋਗੇ ਕਿ ਅਸੀਂ ਉਹਦੇ ਉੱਤੇ ਜਿਹੜੇ ਉਹ ਚੰਦ ਲੋਕ ਨੇ ਉਹਨਾਂ ਨੂੰ ਲਿਆ ਕੇ ਜਿਹੜਾ ਉਹ ਕਾਬਜ਼ ਕਰਵਾਉਣਾ, ਉਹ ਕਿਵੇਂ ਬਰਦਾਸ਼ਤ ਕਰ ਲੂਗਾ ਕਿਸਾਨ? ਸਭ ਤੋਂ ਵੱਡੀ ਇਹਦੇ ਵਿੱਚ ਗੱਲ ਇਹ ਆਈ ਕਿ ਕਿਸਾਨ ਜਿਹੜਾ ਸੀਗਾ ਉਹ ਆਪਣੇ ਸਾਰੇ ਕਿਸਾਨਾਂ ਨੂੰ, ਕਿਸਾਨ ਆਗੂ ਕਿਸਾਨਾਂ ਨੂੰ ਇਹ ਸਮਝਾਉਣ 'ਚ ਸਫਲ ਹੋ ਗਏ ਕਿ ਇਸ ਕਾਨੂੰਨ ਦੇ ਵਿੱਚ ਹੈ ਜਿਹੜਾ ਦੀ ਉਹ ਕੀ, ਬਲਕਿ ਜਿਹੜਾ MSP ਵਾਲਾ ਮੁੱਦਾ ਉਹਨੇ ਪੂਰੇ ਮੁਲਕ ਦੇ ਵਿੱਚ ਇਹ ਅੰਦੋਲਨ ਜਿਹੜਾ ਦੀ ਉਹ ਖਿਲਾਰਤਾ। ਅੱਜ ਬਿਹਾਰ ਵਾਲੇ ਕਹਿੰਦੇ ਆ ਸਾਨੂੰ MSP ਕਿੱਥੇ ਮਿਲਦੀ ਹੈ। ਹੁਣ ਜਿਹੜੀ ਇਹ MSP ਨੂੰ ਲੈ ਕੇ ਸ਼ੁਰੂ ਕਰ ਰਹੇ ਨੇ ਪੱਛਮੀ ਬੰਗਾਲ ਦੇ ਵਿੱਚੋਂ ਕਿਸਾਨ ਜਿਹੜਾ ਜੀ, ਉਹ ਕਹਿੰਦੇ ਮੂੰਗਫਲੀ ਜਿੱਥੇ ਹੁੰਦੀ ਹੈ ਉੱਥੇ ਉਹਦੀ MSP ਮਿਲਦੀ ਹੈ ਜੀ ਕਿਤੇ? ਬਾਜਰੇ ਦੀ MSP ਕਿਸੇ ਨੂੰ ਮਿਲਦੀ ਹੈ? ਕਿਸੇ ਨੂੰ ਵੀ ਨਹੀਂ ਮਿਲ ਰਹੀ MSP। ਰੌਲਾ ਜੀ MSP ਹੈਗੀ ਆ, ਰਹੂਗੀ, ਉਹ ਕਹਿੰਦੇ ਜੇ ਹੈਗੀ ਆ ਤੇ ਲਓ ਫਿਰ ਬਾਕੀ ਜਿਹੜੇ ਸੂਬੇ ਨੇ ਦਿਓ ਉਹਨਾਂ ਨੂੰ ਸਾਰਿਆਂ ਨੂੰ MSP ਜਿਹੜੀ ਜੀ। ਤੋ ਇਸ ਕਰਕੇ ਕੁਲਵੰਤ ਸਿੰਘ ਜੀ ਇਹ ਹੋਂਦ ਦੀ ਲੜਾਈ ਹੈ। ਕਿਸਾਨ ਨੂੰ ਇਹ ਲੱਗਦਾ ਆ ਕਿ ਜੇ ਮੇਰੀ ਧਰਤੀ ਮੇਰੇ ਕੋਲੇ ਨਾ ਰਹੀ, ਮੈਂ ਕੰਟਰੈਕਟ ਫਾਰਮਿੰਗ ਦੇ ਵਿੱਚ ਫਸ ਗਿਆ, ਮੇਰਾ ਆੜਤੀ ਸਿਸਟਮ ਜਿਹੜੀ ਉਹਦਾ ATM ਹੈ, ਜਿਹੜਾ ਚੱਲਦਾ ਫਿਰਦਾ ATM, ਉਹ ਅੱਧੀ ਰਾਤ ਨੂੰ ਵੀ ਜਾ ਕੇ ਆੜਤੀ ਦਾ ਬੂਹਾ ਖੜਕਾ ਸਕਦਾ। ਜਿਹੜੇ ਕਾਰਪੋਰੇਟ ਨੇ ਉਹਨਾਂ ਨੂੰ ਤੁਸੀਂ ਕਿੱਥੇ ਲੱਭਣ ਜਾਓਗੇ? ਉਹ ਤਾਂ ਫਸਲ ਖਰੀਦਣ ਦੇ ਸਮੇਂ ਆਉਣਗੇ ਨਾ। ਇੱਕ ਜਿਹੜੀ ਦੂਸਰੀ ਗੱਲ ਜਿਹੜੀ ਜਦੋਂ ਲੋਕਡਾਊਨ ਹੋਇਆ, ਮੈਕਸੀਮਮ ਕਣਕ ਜਿਹੜੀ ਆ ਇੱਥੇ FCI ਦੇ ਗੋਦਾਮਾਂ ਦੇ ਵਿੱਚੋਂ ਪੰਜਾਬ 'ਚੋਂ ਬਾਕੀ ਸੂਬਿਆਂ ਦੇ ਵਿੱਚ ਗਈ ਹੈ ਤੇ ਕਿੰਨੇ ਲੋਕਾਂ ਦੀ ਜਾਨ ਬਚ ਗਈ। ਮੰਨ ਲਓ ਕੱਲ੍ਹ ਨੂੰ ਇੱਦਾਂ ਦੀ ਕੋਈ ਮੁਸ਼ਕਲ ਆ ਜੇ ਤੇ ਕਾਰਪੋਰੇਟ ਅਦਾਰਿਆਂ ਦੇ ਖੁੱਲ੍ਹੇ ਵੱਡੇ ਸਾਈਲੋ ਆਪਣੇ ਬੂਹੇ ਖੋਲ੍ਹ ਦੇਣਗੇ ਵੀ ਲਓ ਮੁਲਕ ਨੂੰ ਲੋੜ ਹੈ ਤੇ ਤੁਸੀਂ ਲੈ ਜਾਓ। ਕੋਈ ਨਹੀਂ ਖੋਲਣਗੇ। ਠੀਕ ਹੈ, ਜਿਹੜੀ ਜੌਬ ਗਾਰੰਟੀ ਹੈ। ਇਸ ਕਰਕੇ ਇਹ ਅੰਦੋਲਨ ਸਿਰਫ ਕਿਸਾਨ ਦਾ ਅੰਦੋਲਨ ਨਹੀਂਗਾ, ਇਹ ਉਸ ਹੱਟੀ ਵਾਲੇ ਦਾ ਅੰਦੋਲਨ ਹੈ ਜਿਹਦੇ ਕੋਲੇ ਪਰਚੀ ਆਉਂਦੀ ਹੈ, ਇਹ ਉਸ ਕੱਪੜੇ ਵਾਲੇ ਦੀ ਦੁਕਾਨ ਦਾ ਅੰਦੋਲਨ ਹੈ ਜਿਹਦੇ ਕੋਲੇ ਪਰਚੀ ਆਉਂਦੀ ਹੈ। ਇਹ ਅੰਦੋਲਨ ਜਿਹੜਾ ਹਰ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਦੁਕਾਨਦਾਰ ਦੇ ਨਾਲ ਜੁੜਿਆ ਹੋਇਆ, ਜਿਹਦਾ ਸਰਕਲ ਕਿਸਾਨੀ ਦੇ ਨਾਲ ਜਿਹੜਾ ਉਹ ਚੱਲਦਾ। ਜੇ ਕਿਸਾਨੀ ਦਾ ਇਹ ਸਰਕਲ ਜਿਹੜਾ ਉਹ ਟੁੱਟ ਗਿਆ ਤੇ ਫਿਰ ਸਾਰੇ ਸਰਕਲ ਹੀ ਤੁਸੀਂ ਜਿਹੜੇ ਜੀ ਉਹ ਤਹਿਸ ਨਹਿਸ ਕਰ ਦਿਓਗੇ। ਸਰਕਾਰ ਨੂੰ ਪਤਾ ਉਹ ਗਲਤੀ ਕਰ ਬੈਠੀ ਹੈ ਤੇ ਜਿੱਦ ਤੇ ਹੰਕਾਰ ਹੈ ਜਿਹਦੇ ਕਰਕੇ ਉਹ ਅੜੀ ਹੋਈ ਹੈ। ਤੇ ਇਹਦੇ 'ਚ ਆਪਾਂ ਇਹ ਕਹਿ ਸਕਦੇ ਹਾਂ ਵੀ ਸਾਰੀ ਗੱਲਬਾਤ ਦੇ ਦੌਰਾਨ ਜਿਸ ਤਰ੍ਹਾਂ ਆਪਾਂ ਨੂੰ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਣੀਆਂ ਕਿ ਅੱਜ ਜਿੰਨੀ ਮੁਸ਼ਕਲ ਦੇ ਨਾਲ ਸਾਡੇ ਪੁਰਖਿਆਂ ਨੇ ਆਜ਼ਾਦੀ ਹਾਸਲ ਕੀਤੀ ਹੈ, ਸਾਡੀ ਆਜ਼ਾਦੀ ਜਿਹੜੀ ਉਹ ਖੋਹੀ ਗਈ ਹੈ। ਦੇਖੋ, ਆਜ਼ਾਦੀ ਜਿਨ੍ਹਾਂ ਨੇ ਹਾਸਲ ਕੀਤੀ ਆ ਉਹ ਇੱਥੋਂ ਹੀ ਨੇ ਨਾ, ਇਸੇ ਖਿੱਤੇ 'ਚੋਂ ਨੇ ਜਿੱਥੋਂ ਇਹ ਅੰਦੋਲਨ ਉੱਠਿਆ। ਜਿਹੜੇ ਅੱਜ ਬੈਠੇ ਨੇ ਕੇਂਦਰ ਦੀ ਸਰਕਾਰ ਦੇ, ਉਹਨਾਂ ਦਾ ਆਜ਼ਾਦੀ ਦੇ ਵਿੱਚ ਕੀ ਕੰਟਰੀਬਿਊਸ਼ਨ ਹੈ ਜੀ? ਠੀਕ ਹੈ ਨਾ, ਉਹ ਇਹਨਾਂ ਨੂੰ ਦੇਸ਼ ਧਰੋਹੀ ਕਹਿੰਦੇ ਆ, ਜਿਨ੍ਹਾਂ ਦੇ ਪੁੱਤ ਹਰ ਤੀਏ ਦਿਨ ਸਰਹੱਦਾਂ ਦੇ ਉੱਤੇ ਸ਼ਹੀਦ ਹੋ ਕੇ ਤਿਰੰਗੇ ਦੇ ਵਿੱਚ ਲਪੇਟ ਕੇ ਜਿਹੜਾ ਆਉਂਦੇ ਆ, ਉਹ ਇਹ ਦੇਸ਼ ਧਰੋਹੀ ਨੇ? ਜਾਂ ਫਿਰ ਜਿਹੜੇ ਉਹ ਨੇ ਜਿੱਥੋਂ ਇਹ ਆਉਂਦੇ ਆ, ਉਹ ਬੈਂਕਾਂ ਦੇ ਪੈਸੇ ਲੈ ਕੇ ਸਾਰੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਜੀ ਉਹ ਜਾ ਕੇ ਬੈਠ ਗਏ। ਇੱਕ ਤਾਂ ਗੱਲ ਇਹ ਵੀ ਹੈ ਕਿ ਇਹਨਾਂ ਨੇ ਤਾਂ ਪਿੱਛੇ ਜੇ ਇੱਕ ਮੁੱਦਾ ਉੱਠਿਆ ਸੀਗਾ ਕਿ ਇਹਨਾਂ ਨੇ ਤਾਂ ਕਈ ਸਾਲ ਜਿਹੜਾ ਤਿਰੰਗਾ ਝੰਡਾ ਵੀ ਨਹੀਂ ਲਾਉਣ ਦਿੱਤਾ ਸੀ ਆਪਣਾ। RSS ਦੇ ਦਫ਼ਤਰ ਦੇ ਉੱਤੇ ਨਹੀਂ ਲੱਗਿਆ ਜੀ, ਬਿਲਕੁਲ ਇਹ ਸਹੀ ਗੱਲ ਹੈ ਕਿ ਉੱਥੇ ਜਿਹੜਾ ਜੀ ਉਹ ਨਹੀਂ ਲੱਗਿਆ। ਈਵਨ ਜਿਨ੍ਹਾਂ ਨੂੰ ਇਹ ਹੀਰੋ ਮੰਨਦੇ ਆ, ਜਿਹੜਾ ਸਾਵਰਕਰ ਹੈ, ਉਹਨੇ ਮੁਆਫੀਆਂ ਮੰਗੀਆਂ ਨੇ ਬ੍ਰਿਟਿਸ਼ ਜਿਹੜੀ ਗੌਰਮੈਂਟ ਤੋਂ। ਉਹ ਤਾਂ ਲਿਖਤ ਦੇ ਵਿੱਚ ਹੈ ਇਹ ਚੀਜ਼ਾਂ, ਤੁਸੀਂ ਉਹ ਇਤਿਹਾਸ ਥੋੜ੍ਹੀ ਨਾ ਮੇਟ ਦਿਓਗੇ। ਅੱਜ ਤੁਸੀਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਸਰਦਾਰ ਪਟੇਲ ਹੋਰੀ ਬਹੁਤ ਵੱਡੇ ਆਗੂ ਸਨ, ਤੁਸੀਂ ਨਹਿਰੂ ਨੂੰ ਕੱਟਣ ਦੇ ਵਾਸਤੇ ਸਰਦਾਰ ਪਟੇਲ ਨੂੰ ਲਿਆਉਂਦੇ ਹੋ। ਦੇਖੋ, ਨਹਿਰੂ ਤੇ ਸਰਦਾਰ ਪਟੇਲ ਹੋਰਾਂ ਦੀ ਕੋਈ ਮੁਕਾਬਲੇਬਾਜ਼ੀ ਨਹੀਂ ਹੈਗੀ ਇਸ ਮਾਮਲੇ 'ਚ ਕਿ ਕੌਣ ਵੱਡਾ ਆਗੂ ਕੌਣ। ਦੋਨੋਂ ਆਗੂ ਰਹੇ ਨੇ। ਸਰਦਾਰ ਪਟੇਲ ਹੋਰਾਂ ਦੇ ਨਾਂ ਦੇ ਉੱਤੇ ਸਟੇਡੀਅਮ ਆ, ਉਹ ਤੁਸੀਂ ਪਾਸੇ ਕਰਕੇ ਆਪਣਾ ਨਾਮ ਉਹਦੇ ਉੱਤੇ ਜਿਹੜਾ ਮੂਰਤੀ ਹੈਗੀ ਹੈ ਵੱਡੀ ਸਾਰੀ, ਜਿਹੜਾ ਸਟੈਚੂ ਹੈਗਾ, ਇਹ ਕੀ ਪਤਾ ਜੀ ਉਹਦੇ ਉੱਤੇ ਮੂੰਹ ਨਾ ਬਦਲ ਲੈਣ ਹੁਣ, ਜਿਹੋ ਜਿਹੇ ਹਾਲਾਤ ਜਿਹੜੇ ਉਹ ਬਣਦੇ ਤੁਰੇ ਜਾ ਰਹੇ ਨੇ। ਚਲੋ ਗੱਲ ਹੋਰ ਪਾਸੇ ਨਾ ਚੱਲ ਜੇ। 53 ਕ੍ਰਿਕਟ ਸਟੇਡੀਅਮ ਨੇ ਭਾਰਤ ਦੇ ਵਿੱਚ, ਸਭ ਤੋਂ ਜ਼ਿਆਦਾ ਵਿਸ਼ਵ ਦੇ ਵਿੱਚੋਂ। ਇੱਕ ਵੀ ਕ੍ਰਿਕਟ ਸਟੇਡੀਅਮ ਕਿਸੇ ਕ੍ਰਿਕਟ ਖਿਡਾਰੀ ਦੇ ਨਾਂ 'ਤੇ ਨਹੀਂ ਗਿਆ, ਨਹੀਂ ਹੈਗਾ ਇੱਕ ਵੀ। ਠੀਕ ਹੈ ਨਾ ਜੀ, ਕੀ ਗੱਲ ਉਹਨਾਂ ਦੀ ਕੰਟਰੀਬਿਊਸ਼ਨ ਨਹੀਂ ਜਿਹੜਾ ਜੀ ਕੋਈ ਹੈਗੀ? ਉਹ ਜਿਉਂਦੇ ਤੁਰੇ ਫਿਰਦੇ ਰਾਜਨੀਤਿਕਾਂ ਦੇ ਨਾਂ ਦੇ ਉੱਤੇ ਕਿਵੇਂ ਜਿਹੜਾ ਜੀ ਬਣ ਪਏ? ਇਹ ਕਿਸ ਪਾਸੇ ਵੱਲ ਨੂੰ ਮੁਲਕ ਜਿਹੜਾ ਉਹ ਤੁਰਨਾ ਸ਼ੁਰੂ ਹੋ ਗਿਆ ਜੀ? ਇਹ ਤੁਸੀਂ ਜਿਹੜੇ ਬੱਚੇ ਸਾਡੇ ਜਿਹੜੇ এনवायरमेंट ਦੇ ਵਾਸਤੇ ਇੱਕ ਬੱਚੀ ਲੜ ਰਹੀ ਹੈ ਦਿਸ਼ਾ ਰਾਵੀ, ਉਹਨੂੰ ਤੁਸੀਂ ਦੇਸ਼ ਧਰੋਹੀ ਜਿਹੜੀ ਉਹ ਕਹਿ ਕੇ ਤੇ ਅੰਦਰ ਦੇ ਦਿਓਗੇ। ਫਿਰ 16 ਸਫ਼ਿਆਂ ਦਾ ਉਹ ਆਰਡਰ ਤਾਂ ਪੜ੍ਹੋ ਜਿਹੜਾ ਜ਼ਮਾਨਤ ਦਾ ਅਦਾਲਤ ਨੇ ਦਿੱਤਾ। ਕਿਹੜੀ ਚੀਜ਼ ਆ ਜਿਹੜੀ ਅਦਾਲਤ ਨੇ ਉਹਦੇ ਵਿੱਚ ਨਹੀਂ ਲਿਖੀ? ਉਹ ਨੌਦੀਪ ਕੌਰ ਹੈ, ਸ਼ਿਵ ਕੁਮਾਰ ਹੈ, ਉਹ ਮਜ਼ਦੂਰਾਂ ਦੇ ਹੱਕਾਂ ਦੇ ਵਾਸਤੇ ਲੜਨ ਵਾਲੇ ਬੱਚੇ ਨੇ। ਹੱਡੀ ਤੋੜਤੀ, ਹੱਡੀਆਂ ਤੋੜਤੀਆਂ, ਮੈਡੀਕਲ ਤੱਕ ਨਹੀਂ ਉਹਨਾਂ ਦਾ ਜਿਹੜਾ ਜੀ ਕਰਾਇਆ। ਜੇ ਕਿਸਾਨ ਅੰਦੋਲਨ ਨਾ ਚੱਲਦਾ ਹੁੰਦਾ ਤਾਂ ਕੁਲਵੰਤ ਸਿੰਘ ਜੀ ਇਹਨਾਂ ਨੂੰ ਕਿਹਨੇ ਬਾਹਰ ਕੱਢਣਾ ਸੀਗਾ? ਇਹਨਾਂ ਦੀ ਗੱਲ ਕਿੱਥੇ ਜਿਹੜੀ ਜੀ ਉਹ ਉੱਠਣੀ ਸੀਗੀ?
ਪਰ ਇਹ ਸਪਰਿੰਗ ਹੈ, ਇਹਨੂੰ ਨਾ ਜਿਹੜਾ ਉਹ ਦਬਾਈ ਚੱਲੋ। ਇਹ ਲੋਕ ਸਾਡੇ ਕੱਲ੍ਹ ਦਾ ਭਵਿੱਖ ਨੇ। ਦੀਸ਼ਾ ਰਾਵੀ ਸਾਡੀ ਭਵਿੱਖ ਹੈ, ਨੌਦੀਪ ਕੌਰ ਸਾਡਾ ਭਵਿੱਖ ਹੈ, ਸ਼ਿਵ ਕੁਮਾਰ ਸਾਡਾ ਭਵਿੱਖ ਹੈ। ਇਹ ਠੀਕ ਹੈ ਕਿ ਅਸੀਂ ਢਾਂਚਾ ਇਹੋ ਜਿਹਾ ਵਿਕਸਿਤ ਕਰ ਲਿਆ ਕਿ ਇਹਨਾਂ ਦੀ ਜਗ੍ਹਾ ਸਿਆਸਤ ਦੇ ਵਿੱਚ ਨਹੀਂ ਕਿਤੇ ਵੀ ਹਾਲ ਦੀ ਘੜੀ ਲੱਭ ਰਹੀ ਕਿ ਜਿੱਥੋਂ ਇਹ ਰੀਪ੍ਰਜੈਂਟ ਜਿਹੜਾ ਜੀ ਉਹ ਕਰ ਸਕਣ। ਪਰ ਤੁਸੀਂ ਇੰਨਾ ਵੀ ਨਾ ਦਬਾਈ ਚੱਲੋ, ਇੰਨਾ ਵੀ ਨਾ ਦਬਾਈ ਚੱਲੋ ਕਿ ਜਿਹੜੇ ਇਹ ਬੱਚੇ ਨੇ ਫਿਰ ਆਪਣਾ ਰਾਹ ਜਿਹੜਾ ਜੀ ਉਹ ਖੁਦ ਬਣਾਉਣਾ ਸ਼ੁਰੂ ਕਰ ਦੇਣ। ਸਿਆਣੇ ਕਹਿੰਦੇ ਆ ਜਿਹੜੀ ਅੱਗ ਹੈ ਉਹ ਬੁੱਝ ਜਾਂਦੀ ਆ, ਪਾਣੀ ਨਹੀਂ ਰੁਕਦਾ। ਜਿਹੜੀ ਐਜੂਕੇਸ਼ਨ ਹੈ ਨਾ ਉਹ ਦਰਿਆ ਹੈ, ਇੱਕ ਉਹ ਬਹੁਤ ਵੱਡਾ ਪਾਣੀ ਦਾ ਬਹਾਵਾ। ਆਪਾਂ ਉੱਤਰਾਖੰਡ 'ਚ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿੰਨੇ ਸਾਲ ਲਾ ਕੇ ਤੁਸੀਂ ਡੈਮ ਬਣਾਇਆ, ਉਹਨਾਂ ਨੇ ਆ ਕੇ ਸਾਰਾ ਕੁਝ ਪੱਧਰ ਕਰਤਾ ਨਾ ਜੀ। ਪਾਣੀ ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਪਾਣੀ ਜਿਹੜਾ ਉਹਦੀ ਇੱਕ ਖਾਸੀਅਤ ਹੈ ਕਿ ਉਹਦੀ ਆਈਡੈਂਟੀਟੀ ਇਹ ਆ, ਉਹਦਾ ਸੁਭਾਅ ਬਹੁਤ ਠੰਡਾ। ਪਰ ਜੇ ਤੁਸੀਂ ਪਾਣੀ ਨੂੰ ਕਿਸੇ ਭਾਂਡੇ 'ਚ ਪਾ ਕੇ ਉਹਦੇ ਹੇਠਾਂ ਅੱਗ ਮਚਾਈ ਜਾਂਦੇ ਹੋ, ਫਿਰ ਉਹ ਉਬਲਣ ਲੱਗ ਜਾਂਦਾ, ਫਿਰ ਉਹ ਤੱਤਾ ਹੋ ਜਾਂਦਾ, ਫਿਰ ਉਹਦਾ ਟੈਂਪਰੇਚਰ ਜਿਹੜਾ ਉਹ ਬਦਲ ਜਾਂਦਾ। ਇਸ ਕਰਕੇ ਪਾਣੀ ਜਿਹੜਾ ਉਹਨੂੰ ਆਪਣੇ ਬਹਾਓ ਦੇ ਨਾਲ ਵਹਿਣ ਦਿਓ। ਜੇ ਤੁਸੀਂ ਉਹਨੂੰ ਰੋਕੋਗੇ ਤਾਂ ਫਿਰ ਮੈਂ ਇਹਨੂੰ ਜਿਹੜੀ ਯੂਥ ਹੈ ਉਸ ਰੂਪ 'ਚ ਕਹਿ ਰਿਹਾ ਕਿ ਪਾਣੀ ਹੈ ਇਹ, ਇਹਦੇ ਥੱਲੇ ਤੁਸੀਂ ਅੱਗ ਨਾ ਮਚਾਓ। ਇਹਨੂੰ ਆਪਣੇ ਜਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਉਸ ਤਰੀਕੇ ਦੇ ਨਾਲ ਇਹਨੂੰ ਚੱਲਣ ਦਿਓ। ਇਹ ਬਦਲਾਅ ਲੈ ਕੇ ਆਊਗਾ, ਇਹ ਚੀਜ਼ਾਂ ਬਦਲਾਅ ਲੈ ਕੇ ਆਉਣਗੀਆਂ ਜੀ। ਇਹ ਇਸੇ ਕਰਕੇ ਆ ਜੀ ਜਿਹੜਾ ਆ ਸਾਰਾ ਤੁਸੀਂ ਨੌਦੀਪ ਕੌਰ ਦੀ ਨਾਮ ਲਿੱਤਾ, ਤੁਸੀਂ ਦਿਸ਼ਾ ਰਵੀ ਦਾ ਨਾਮ ਲਿੱਤਾ, ਤੁਸੀਂ ਸ਼ਿਵ ਕੁਮਾਰ ਦਾ ਨਾਮ ਲਿੱਤਾ, ਤੁਸੀਂ ਹੋਰ ਬਹੁਤ ਸਾਰੇ ਨਾਮ ਲਿੱਤੇ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਇਸ ਅੰਦੋਲਨ ਦੇ ਦੌਰਾਨ ਜੁਰਮ ਹੋਏ ਨੇ। ਸ਼ਾਇਦ ਇਸੇ ਕਰਕੇ ਜਿਹੜਾ ਅਮਰੀਕਾ ਦੀ ਇੱਕ ਸੰਸਥਾ ਨੇ ਜਿਹੜਾ ਉਹ ਇੰਡੀਆ ਨੂੰ ਜਿਹੜਾ ਉਹ ਜਿਹੜਾ ਸੈਮੀ ਆਜ਼ਾਦ ਜਿਹੜਾ ਉਹ ਘੋਸ਼ਿਤ ਕਰ ਦਿੱਤਾ। ਦੇਖੋ ਇਹ ਲਫ਼ਜ਼ ਇਸ ਵੇਲੇ ਬਹੁਤ ਚੱਲ ਰਿਹਾ ਜੀ, ਤੁਹਾਡੀ ਗੱਲ ਠੀਕ ਹੈ ਵੀ ਫ੍ਰੀ ਨਹੀਂ। ਜਿਹੜੀ ਟੈਲੀਗ੍ਰਾਫ ਦੀ ਵੀ ਜਿਹੜੀ ਸੁਰਖੀ ਹੈ ਵੀ ਯੈਸ ਵੀ ਡਨ ਇਟ, ਇੰਡੀਆ ਇਜ਼ ਨਾਟ ਫ੍ਰੀ। ਨਹੀਂ ਹਾਂ, ਮਤਲਬ ਕਿ ਹੋਰ ਇਹ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਆਜ਼ਾਦ ਨਹੀਂ ਹੁਣ ਜਿਹੜਾ ਜੀ, ਇਹ ਸੈਮੀ ਆਜ਼ਾਦ ਹੈ ਇੱਕ ਕਿਸਮ ਦੇ ਨਾਲ, ਕਿ ਅੱਧਾ ਆਜ਼ਾਦ ਹੈ। ਉਹ ਕਿਉਂ ਜਿਹੜਾ ਜੀ ਉਹ ਕਿਹਾ ਕੁਲਵੰਤ ਸਿੰਘ ਜੀ, ਜਿਹੜੇ 10,000 ਦੇ ਬੰਦਾ ਸਾਈਨ ਕਰਦੇ ਤੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਆਨਲਾਈਨ, ਤੇ ਉੱਥੇ ਤੁਹਾਨੂੰ ਜਵਾਬ ਦੇ 1 ਲੱਖ ਤੋਂ ਉੱਪਰ ਲੋਕਾਂ ਨੇ ਪਟੀਸ਼ਨ ਸਾਈਨ ਕੀਤੀ। ਉੱਥੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਹਦੇ ਉੱਤੇ ਡਿਬੇਟ ਹੋ ਰਹੀ ਹੈ। ਡਿਬੇਟ 2 ਇਸ਼ੂਜ਼ 'ਤੇ ਹੋ ਰਹੀ ਹੈ। ਇੱਕ ਤਾਂ ਇਹ ਕਿ ਜਿਹੜੇ ਅੰਦੋਲਨਕਾਰੀ ਨੇ ਉਹਨਾਂ ਦੀ ਸੁਰੱਖਿਆ, ਉਹਨਾਂ ਦੇ ਮਨੁੱਖੀ ਅਧਿਕਾਰ, ਤੇ ਦੂਸਰੀ ਹੋ ਰਹੀ ਆ ਪ੍ਰੈਸ ਦੀ ਜਿਹੜੀ ਆਜ਼ਾਦੀ, ਉਹਨੂੰ ਲੈ ਕੇ ਕਿ ਇੱਥੇ ਜਿਹੜੀ ਪ੍ਰੈਸ ਹੈ ਉਹਨੂੰ ਕੁਚਲਿਆ ਜਿਹੜਾ ਜੀ ਉਹ ਜਾ ਰਿਹਾ। ਹਰ ਰੋਜ਼ ਕੁਛ ਨਾ ਕੁਛ ਜਿਹੜਾ ਜੀ ਉਹ ਸੁਣਨ ਨੂੰ ਮਿਲਦਾ, ਕੁਛ ਨਵਾਂ। ਇਹ ਨਹੀਂ ਪਤਾ ਅਸੀਂ ਵੀ ਕਿੰਨੀ ਦੇਰ ਜਿਹੜੀ ਉਹ ਗੱਲਬਾਤ ਕਰ ਸਕਾਂਗੇ ਜਾਂ ਨਹੀਂ। ਤੁਸੀਂ ਤਾਂ ਭੁਗਤ ਰਹਿ ਚੁੱਕੇ ਇਸ ਚੀਜ਼ ਦੇ ਉੱਤੇ। ਹਾਂ, ਹੁਣ ਵੀ ਜਿਸ ਪ੍ਰੈਸ਼ਰ ਦੇ ਅੰਡਰ ਜਿਵੇਂ ਜਿਹੜਾ ਜੀ ਉਹ ਕਰ ਰਹੇ ਆ। ਮੈਂ ਇੱਕ ਫੋਟੋ ਜਿਹੜੀ WhatsApp ਦੇ ਉੱਤੇ ਤੁਸੀਂ ਦੇਖੀ ਹੋਣੀ ਹੈ ਕਿ ਉਹ ਜਿਹੜੀ ਲਿਖੀ ਹੋਈ ਆ, ਉਹਦੇ ਹੱਥ 'ਚ ਕਲਮ ਹੈ, ਉਹਦੇ ਉੱਤੇ ਕੰਡਿਆਂ ਵਾਲੀ ਤਾਰ ਜਿਹੜੀ ਲਪੇਟੀ ਹੋਈ ਹੈ ਹੱਥ ਦੇ ਉੱਤੇ। ਅੱਜ ਉਹ ਉਸ ਸਥਿਤੀ ਦੇ ਵਿੱਚ ਆ ਜੀ। ਕਿੰਨੀ ਦੇਰ ਬੋਲ ਸਕਾਂਗੇ, ਕਿੰਨਾ ਬੋਲ ਸਕਾਂਗੇ, ਕੁਛ ਨਹੀਂ ਜਿਹੜਾ ਜੀ ਪਤਾ। ਚੁਫੇਰੇ ਹਮਲੇ ਸਰਕਾਰਾਂ ਦੇ ਹਮਲੇ ਨੇ, ਕੁਛ ਉਹ ਜਿਹੜੇ ਉਹ ਬੇਵਕੂਫ ਟਾਈਪ ਦੇ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਨੇ ਉਹਨਾਂ ਦੇ ਹਮਲੇ ਨੇ, IT ਵਿੰਗ ਦੇ ਹਮਲੇ ਨੇ, ਘਰ ਪਰਿਵਾਰਾਂ ਦੇ ਜਿਹੜੇ ਦਬਾਅ ਨੇ, ਚਾਅ ਚੁਫੇਰੇ ਤੋਂ ਦਬਾਅ ਨੇ। ਇਸ ਟਾਈਮ ਜਿਹੜੀ ਪੱਤਰਕਾਰੀ ਹੈ ਉਹ ਬੜੇ ਮਾੜੇ ਸਮੇਂ ਦੇ ਵਿੱਚੋਂ ਜਿਹੜੀ ਜੀ ਉਹ ਗੁਜ਼ਰ ਰਹੀ ਹੈ। ਹਾਂ, ਇੰਨਾ ਜ਼ਰੂਰ ਹੈ, ਇੱਕ ਗੱਲ ਦੀ ਗਰੰਟੀ ਹੈ, ਜਿੰਨੀ ਦੇਰ ਬੋਲਾਂਗੇ ਇਸੇ ਤਰੀਕੇ ਨਾਲ ਖੜਕਾ ਕੇ ਬੋਲਾਂਗੇ। ਜੇ ਚੁੱਪ ਹੀ ਕਰਵਾ ਦਿੱਤਾ ਤਾਂ ਫਿਰ ਉੱਥੇ ਕੀ ਜਿਹੜਾ ਜੀ ਉਹ ਕਰ ਸਕਾਂਗੇ। ਪਰ ਇੰਨਾ ਜ਼ਰੂਰ ਹੈ, ਸਿਚੁਏਸ਼ਨ ਬਹੁਤ ਜਿਹੜੀ ਜੀ ਉਹ ਖਤਰਨਾਕ ਹੈ ਇਸ ਵੇਲੇ ਬਣੀ ਹੋਈ। ਸਾਡੇ ਬੱਚੇ ਬੱਚੀਆਂ ਜਿਹੜੇ ਨਵੀਂ ਜਨਰੇਸ਼ਨ ਹੈ ਉਹ ਇਸ ਖੇਤਰ ਦੇ ਵਿੱਚ ਆਉਣਗੇ ਕੀ ਆਉਣ ਵਾਲੇ ਸਮੇਂ ਦੇ ਵਿੱਚ? ਇਹ ਬੜੇ ਸਾਰੇ ਸਵਾਲ ਖੜੇ ਹੋ ਰਹੇ ਨੇ। ਜੇ ਪੱਤਰਕਾਰ ਨਹੀਂ ਆਉਣਗੇ, ਅਸੀਂ ਇੱਕ ਹੋਰ ਕੁਲਵੰਤ ਸਿੰਘ ਕਿੱਥੋਂ ਜਿਹੜਾ ਉਹ ਲੈ ਕੇ ਆਵਾਂਗੇ? ਅਸੀਂ ਇੱਕ ਹੋਰ ਦਿਸ਼ਾ ਰਾਵੀ ਕਿੱਥੋਂ ਲੈ ਕੇ ਆਵਾਂਗੇ? ਅਸੀਂ ਬਰਖਾ ਦੱਤ ਕਿੱਥੋਂ ਲੈ ਕੇ ਆਵਾਂਗੇ? ਅਸੀਂ ਰਵੀਸ਼ ਕੁਮਾਰ ਕਿੱਥੋਂ ਲੈ ਕੇ ਆਵਾਂਗੇ? ਇਹ ਉਹ ਨਾਮ ਨੇ ਜਿਹੜੇ ਅੱਜ ਚੱਲ ਰਹੇ ਨੇ। ਕਿੰਨੀ ਦੇਰ ਚੱਲਾਂਗੇ ਜੀ? ਆਫਟਰ ਆਲ ਹਰੇਕ ਚੀਜ਼ ਦਾ ਇੱਕ ਐਂਡ ਹੈ ਨਾ, ਸਾਡਾ ਵੀ ਐਂਡ ਹੈ। ਉਸ ਤੋਂ ਬਾਅਦ ਬੋਲਣ ਵਾਲੇ ਜਿਹੜੇ ਜੀ ਉਹ ਕੌਣ ਹੋਣਗੇ? ਕੀ ਉਹਨਾਂ ਨੂੰ ਡਰਾ ਲਿਆ ਜਾਊਗਾ? ਫਿਰ ਉਹ ਬੋਲਣਗੇ ਨਹੀਂ। ਉੱਥੋਂ ਇਹ ਨਿਕਲੀ ਹੋਈ ਜਿਹੜੀ ਜੀ ਉਹ ਗੱਲ ਹੈ ਕਿ ਇਸ ਵੇਲੇ ਆਜ਼ਾਦੀ ਕੀ ਰਹੀ ਹੈ ਜੀ। ਇੰਦਰਾ ਗਾਂਧੀ ਹੋਰਾਂ ਨੇ ਐਮਰਜੈਂਸੀ ਜਿਹੜੀ ਜੀ ਉਹ ਲਾਈ, ਅਸੀਂ ਤਾਂ ਉਹਦੇ ਬਾਰੇ ਪੜ੍ਹਿਆ ਨਾ, ਵੇਖੀ ਨਹੀਂ। ਅੱਜ ਤਾਂ ਮਾਫੀ ਮੰਗੀ। ਅੱਜ ਉਹੋ ਜਿਹਾ ਹੀ ਜਿਹੜਾ ਜੀ ਮਾਹੌਲ ਫਿਰ ਬਣਿਆ ਹੋਇਆ। ਇਹ ਅਣਐਲਾਨੀ ਜਿਹੜੀ ਜੀ ਉਹ ਐਮਰਜੈਂਸੀ ਹੈ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ, ਕਿਸੇ ਨੂੰ ਗੱਲ ਨਹੀਂ। ਇਹਦੇ 'ਚ ਕੇਂਦਰ ਸਰਕਾਰ ਦਾ ਜਿਹੜਾ ਬਿਆਨ ਆਇਆ, ਜਿਹੜਾ ਫਰੀ ਅਰਧ ਆਜ਼ਾਦ ਜਿਹੜਾ ਸੈਮੀ ਆਜ਼ਾਦ ਜਿਹੜੀ ਇਹਦੇ 'ਤੇ ਉਹਨਾਂ ਨੇ ਘੋਸ਼ਿਤ ਕੀਤਾ, ਜਿਹੜਾ ਉਹਦੀ ਸੰਸਥਾ ਹੈਗੀ ਆ, ਉਹ 'ਤੇ ਬਿਆਨ ਆਇਆ ਕਿ ਇਹ ਸਭ ਬੋਗਸ ਹੈਗੀ ਹੈ ਰਿਪੋਰਟ ਜਿਹੜੀ। ਜਦ ਕਿ ਹੁਣ ਤੱਕ ਜਿੰਨੀਆਂ ਵੀ ਰਿਪੋਰਟਸ ਆਈਆਂ ਨੇ ਭਾਰਤ ਦੇ ਹੱਕ 'ਚ ਆਈਆਂ ਨੇ, ਆਜ਼ਾਦ ਉਹਨਾਂ ਨੇ ਐਲਾਨਿਆ ਸੀ, ਉਦੋਂ ਤੱਕ ਜਿਹੜਾ ਭਾਰਤ ਨੇ ਉਸ ਚੀਜ਼ ਨੂੰ ਬੜਾ ਵਧੀਆ ਪ੍ਰਚਾਰਿਤ ਕੀਤਾ ਸੀਗਾ।
ਟਾਈਮ ਮੈਗਜ਼ੀਨ ਦੇ ਉੱਤੇ ਜਿਹੜਾ ਮੋਦੀ ਦੀ ਫੋਟੋ ਲੱਗਦੀ ਹੈ ਉਸ ਨੂੰ ਬੜਾ ਵਧੀਆ ਪ੍ਰਚਾਰਿਤ ਕੀਤਾ ਜਾਂਦਾ। ਤੇ ਹੁਣ ਜਦੋਂ ਇਹ ਰਿਪੋਰਟ ਅਰਧ ਸੈਮੀ ਆਜ਼ਾਦ ਜਿਹੜੀ ਛਪਦੀ ਹੈ ਉਹਦੇ 'ਤੇ ਬੜਾ ਲੰਬਾ ਚੌੜਾ ਜਿਹੜਾ ਉਹ ਕੇਂਦਰ ਸਰਕਾਰ ਦਾ ਬਿਆਨ ਆਉਂਦਾ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਚੋਣ ਕਮਿਸ਼ਨ ਆਜ਼ਾਦ ਹੈ, ਸਟੇਟਾਂ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਉਹ ਸਰਕਾਰਾਂ ਨੇ, ਪੁਲਿਸ ਸਿਸਟਮ ਜਿਹੜਾ ਉਹਨਾਂ ਦੇ ਸਰਕਾਰਾਂ ਦੇ ਅੰਦਰ ਹੈ, ਇਹ ਸਾਰਾ ਜਿਹੜਾ ਵਰਤਾਰਾ ਉਹਨਾਂ ਨੇ ਜਿਹੜਾ ਉਹਦੇ 'ਤੇ ਬਿਆਨ ਦੇ ਕੇ ਅਤੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੀ ਇਹਦੇ ਨਾਲ ਸਾਬਤ ਹੋ ਜਾਏਗਾ ਜੀ? ਨਹੀਂ, ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਕੁਲਵੰਤ ਸਿੰਘ ਜੀ। ਜਦੋਂ ਤੁਸੀਂ ਇਹ ਕਹੋ ਕਿ ਜੇ ਤਾਂ ਕਿਸੇ ਪੌਪ ਸਿੰਗਰ ਨੇ ਜਾਂ ਜਿਹੜੀ ਇਨਵਾਇਰਮੈਂਟ ਵਾਸਤੇ ਲੜਨ ਵਾਲੀ ਲੜਕੀ ਆ ਉਹਨੇ ਟਵੀਟ ਕਰਤਾ ਤਾਂ ਤੁਸੀਂ ਕਹਿੰਦੇ ਹੋ ਕਿ ਇਹ ਸਾਡੇ ਮੁਲਕ ਦਾ ਅੰਦਰੂਨੀ ਮਾਮਲਾ ਹੈ, ਪੈਸੇ ਲੈ ਕੇ ਕੀਤਾ ਹੋਇਆ। ਹਾਂ, ਤੁਸੀਂ ਦੂਜੇ ਪਾਸੇ ਇੱਕ ਮੁਲਕ ਦੇ ਵਿੱਚ ਜਾ ਕੇ ਉੱਥੇ ਇੰਨਾ ਇਕੱਠ ਕਰਕੇ ਕਹਿੰਦੇ ਹੋ ਕਿ ਅਬ ਕੀ ਵਾਰ ਟਰੰਪ ਸਰਕਾਰ, ਉਹ ਕੀ ਕਿਸੇ ਮੁਲਕ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਜੀ ਉਹ ਨਹੀਂ ਸੀ? ਹੋ ਸਕਦਾ ਇੱਕ ਅੱਧੇ ਦਿਨ ਦੇ ਵਿੱਚ ਇਹ ਵੀ ਬਿਆਨ ਆ ਜਾਏ ਕਿ ਜਿਹੜਾ ਟਾਈਮ ਮੈਗਜ਼ੀਨ ਹੈ ਉਹਦੀ ਰਜਿਸਟ੍ਰੇਸ਼ਨ ਨਹੀਂ ਲੱਭੀ ਕਿਤੋਂ, ਉਹ ਰਜਿਸਟਰਡ ਨਹੀਂ ਹੈਗਾ, ਇਹ ਬੋਗਸ ਛਾਪਿਆ ਜਾਂ ਕਿਸੇ ਨੇ ਨਕਲੀ ਛਾਪ ਦਿੱਤਾ, ਟਾਈਮ ਵਾਲਿਆਂ ਨੇ ਨਹੀਂ ਇਹ ਛਾਪਿਆ। ਇਹ ਵੀ ਕਹਿ ਸਕਦੇ ਆ, ਕੁਝ ਵੀ ਜਿਹੜਾ ਜੀ ਉਹ ਕਹਿ ਸਕਦੇ ਆ। ਜਿਹੜੇ ਲੋਕ ਕਿਸਾਨ ਨੂੰ ਦੇਸ਼ ਧਰੋਹੀ ਕਹਿ ਸਕਦੇ ਆ, ਮਜ਼ਦੂਰ ਨੂੰ ਦੇਸ਼ ਧਰੋਹੀ ਕਹਿ ਸਕਦੇ ਆ, ਉਹ ਤੋਂ ਕੁਝ ਵੀ ਜਿਹੜਾ ਜੀ ਉਹ ਐਕਸਪੈਕਟਡ ਆ। ਤੁਸੀਂ ਇਹ ਤਾਂ ਨਾ ਕਹੋ ਵੀ ਸਾਡਾ ਕੁੱਤਾ ਜਿਹੜਾ ਜੀ ਉਹ ਟੋਮੀ ਤੇ ਤੁਹਾਡਾ ਕੁੱਤਾ ਇੱਦਾਂ ਤਾਂ ਨਹੀਂ ਨਾ ਜਿਹੜਾ ਜੀ ਹੁੰਦਾ। ਜੇ ਆਈ ਥਿੰਕ ਉਹਨਾਂ ਜਿਹੜੀ ਅਦਾਰਿਆਂ ਦੀ ਹੁਣ ਨਿਊਯਾਰਕ ਟਾਈਮਜ਼ ਹੈ ਜਿਹੜਾ ਉਹਦਾ ਐਡੀਟੋਰੀਅਲ ਸੀਗਾ ਅੱਜ ਤੋਂ ਹਫ਼ਤਾ ਜਿਹੜਾ ਜੀ ਉਹ ਪਹਿਲਾਂ, ਇਹ ਤਾਂ ਹੁਣ ਚੀਜ਼ਾਂ ਆਈਆਂ ਅੱਧੀ ਆਜ਼ਾਦੀ ਵਾਲੀਆਂ, ਉਹਨੇ ਉਦੋਂ ਜਿਹੜਾ ਜੀ ਇਹਦੇ ਉੱਤੇ ਲਿਖਿਆ। ਟਾਈਮ ਮੈਗਜ਼ੀਨ ਨੇ ਪ੍ਰਧਾਨ ਮੰਤਰੀ ਹੋਰਾਂ ਦੀ ਫੋਟੋ ਵੀ ਲਾ ਕੇ ਜਿਹੜਾ ਜੀ ਕਿਹਾ ਸੀਗਾ ਨਾ ਪਾਵਰਫੁਲ ਵਿਅਕਤੀ ਨੇ, ਉਦੋਂ ਤੁਸੀਂ ਜਿਵੇਂ ਕਹਿ ਰਹੇ ਹੋ ਪ੍ਰਚਾਰਿਆ ਗਿਆ ਉਸ ਚੀਜ਼ ਨੂੰ। ਹਾਂ, ਅੱਜ ਇਹ ਕਿਹਾ ਗਿਆ ਕਿ ਜਿਹੜੀ ਇੱਥੋਂ ਦੀ ਔਰਤ ਹੈ ਪੰਜਾਬ ਦੀ ਕਿਸਾਨਾਂ ਦੀ, ਕਿਉਂਕਿ ਉਹਦੀ ਕੰਟਰੀਬਿਊਸ਼ਨ ਬੜੀ ਵੱਡੀ ਹੈ ਇਹ ਅੰਦੋਲਨ ਦੀ ਆਪਾਂ ਗੱਲ ਕਰਦੇ, ਇਹਦੇ ਵਿੱਚ ਬਹੁਤ ਵੱਡਾ ਇੱਕ ਜਿਹੜਾ ਔਰਤ ਦਾ ਰੋਲ ਹੈ ਇਹਦੇ ਵਿੱਚ। ਬਿਲਕੁਲ, ਪੰਜਾਬ ਦੀ ਔਰਤ ਜਿਹੜੀ ਆ ਮੋਢੇ ਨਾਲ ਮੋਢਾ ਲਾ ਕੇ ਖੜੀ ਹੋਈ ਆ। ਤੁਸੀਂ ਵੀ ਕੁਲਵੰਤ ਸਿੰਘ ਜੀ ਪੜ੍ਹਨ ਵਾਲੇ ਲੋਕਾਂ ਦੇ ਵਿੱਚੋਂ ਜਿਹੜੀਆਂ ਖਾਪ ਪੰਚਾਇਤਾਂ ਨੇ ਜਾਂ ਜਿਹੜੇ ਜਾਟ ਭਾਈਚਾਰਾ ਹੈ ਉਹਨਾਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਅਕਸਰ ਪਰਦੇ ਦੇ ਵਿੱਚ ਜਿਹੜਾ ਜੀ ਉਹ ਰਹਿੰਦੀਆਂ ਨੇ। ਪਰ ਹਾਂ, ਔਰ ਇਹਨੇ ਜਿਹੜਾ ਪੰਜਾਬ ਦੇ ਵਿੱਚੋਂ ਸਟਾਰਟ ਹੋਇਆ ਅੰਦੋਲਨ ਸੀਗਾ, ਇਹਨੇ ਔਰਤ ਇੱਥੇ ਤਾਂ ਪਹਿਲੇ ਦਿਨਾਂ ਤੋਂ ਆ ਗਈ, ਇਹਨੇ ਉਹ ਔਰਤਾਂ ਵੀ ਜਿਹੜੀਆਂ ਜੀ ਉਹ ਕੱਢ ਲਿਆਂਦੀਆਂ। ਕਾਫੀ ਬਦਲਾਅ ਆਏ ਨੇ, ਕਾਫੀ ਬਦਲਾਅ ਆਏ ਨੇ। ਤੁਸੀਂ ਜਿਹੜੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਪਾਣੀਆਂ ਦੇ ਮੁੱਦੇ ਤੇ ਲੜਦੇ ਸੀ, ਅੱਜ ਉਹ ਇਕੱਠੇ ਬੈਠੇ ਨੇ। ਜਿਹੜੀਆਂ 35-40 ਜਥੇਬੰਦੀਆਂ ਪੰਜਾਬ ਦੀਆਂ ਸੀਗੀਆਂ ਕਿਸਾਨਾਂ ਦੀਆਂ, ਅੱਜ ਉਹ ਇਕੱਠੀਆਂ ਬੈਠੀਆਂ ਨੇ। ਔਰਤਾਂ ਦੀ ਗੱਲ ਹੈ ਤਾਂ ਅੱਜ ਉਹ ਇਕੱਠੀਆਂ ਬੈਠੀਆਂ ਨੇ, ਬਾਹਰ ਨਿਕਲਣ ਸ਼ੁਰੂ ਹੋ ਗਈਆਂ। ਕਾਫੀ ਵੱਡੇ ਬਦਲਾਅ ਆਏ ਨੇ ਇਹਦੇ ਵਿੱਚ, ਬਹੁਤ ਵੱਡੇ ਜੀ। ਲੋਕ ਕਹਿੰਦੇ ਆ ਕਿ ਇਹਦੇ ਚੋਂ ਕੁਝ ਅਚੀਵ ਹੋਊਗਾ, ਇਹ ਅਕਸਰ ਸਵਾਲ ਆਉਂਦੇ। ਮੈਂ ਕਹਿੰਦਾ ਨਾ ਇਹਦੇ ਚੋਂ ਬਹੁਤ ਕੁਝ ਅਚੀਵ ਹੋ ਗਿਆ ਇਹਦੇ ਵਿੱਚੋਂ ਹੋ ਗਿਆ। ਮਤਲਬ ਕਿ ਜਿਹੜਾ ਪਾੜ ਕੇ ਜਿਹੜਾ ਜੀ ਉਹ ਰੱਖਿਆ ਹਰਿਆਣੇ ਦੇ ਵਿੱਚ ਜਾਟ ਤੇ ਨਾਨ ਜਾਟ ਜਿਹੜਾ ਸੀਗਾ, ਉੱਥੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਿਕਲੀ। ਅੱਜ ਜਾਟ ਤੇ ਨਾਨ ਜਾਟ ਇਕੱਠੇ ਹੋ ਗਏ, ਉਹ ਇਕੱਠੇ ਹੋ ਕੇ ਮੋਰਚੇ ਤੇ ਬੈਠੇ ਆ। ਉਹ ਨਾ ਜਾਟਾਂ ਦੀਆਂ ਵੋਟਾਂ ਨਾਨ ਜਾਟ ਦੀਆਂ ਵੋਟਾਂ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਨਿਕਲਣ ਦੇ ਰਿਹਾ ਬਾਹਰ, ਨਾ ਜਾਟਾਂ ਦੀਆਂ ਵੋਟਾਂ ਲੈ ਕੇ JJP ਨੂੰ ਬਾਹਰ ਨਿਕਲਣ ਦੇ ਰਿਹਾ। ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਿਆਸਤ ਹੈ ਉਹ ਉੱਥੇ ਜਾਟ ਤੇ ਨਾਨ ਜਾਟ ਦੀ ਹੈ। ਉੱਥੇ ਤੁਸੀਂ ਦੇਖੋ ਜਿਹੜੀਆਂ ਮਹਾ ਪੰਚਾਇਤਾਂ ਹੋ ਰਹੀਆਂ ਨੇ ਉਹਦੇ ਵਿੱਚ ਜਾਟ ਵੀ ਆ ਰਹੇ, ਉਹਦੇ ਵਿੱਚ ਗੁੱਜਰ ਵੀ ਆ ਰਹੇ ਤੇ ਉਹਦੇ ਮੁਸਲਿਮ ਭਾਈਚਾਰਾ ਵੀ ਲੜਾ ਰਿਹਾ। ਉਹ ਤਿੰਨੇ ਇਕੱਠੇ ਹੋ ਗਏ। ਇਹ ਸਿਆਸਤਦਾਨ ਕਦੀ ਇਹਨਾਂ ਨੂੰ ਇਕੱਠੇ ਨਹੀਂ ਜਿਹੜਾ ਹੋਣ ਦੇਣਾ ਚਾਹੁੰਦੇ। ਇਹ ਕੋਈ ਛੋਟੀ ਮੋਟੀ ਅਚੀਵਮੈਂਟ ਹੈ ਇਸ ਅੰਦੋਲਨ ਦੀ, ਬਹੁਤ ਵੱਡੀ ਅਚੀਵਮੈਂਟ ਹੈ ਜੀ। ਮੇਰੀ ਜਾਚੇ ਅੰਦੋਲਨ 'ਚੋਂ ਕੀ ਨਿਕਲਦਾ ਉਹਦੀ ਗੱਲ ਨਾ ਹੀ ਅੱਜ ਬਹੁਤੀ ਜ਼ਿਆਦਾ ਜੇ ਹੋਰ ਅੱਗੇ ਕੀਤੀ ਜਾਵੇ ਤਾਂ ਮੈਂ ਸਮਝਦਾ ਹਾਂ ਕਿ ਮੁਲਕ ਇੱਕ ਉਸ ਪਾਸੇ ਵੱਲ ਦੀ ਸਿਆਸਤ ਵੱਲ ਨੂੰ ਤੁਰ ਪਿਆ ਜਿਹੜੀ ਕਿ ਧਰਮ ਨਿਰਪੱਖ ਸਿਆਸਤ ਹੋਊਗੀ, ਜਿਹਦੇ ਵਿੱਚ ਜ਼ਿਕਰ ਹੋਊਗਾ ਭੁੱਖ ਦਾ, ਜਿਹਦੇ ਵਿੱਚ ਜ਼ਿਕਰ ਹੋਊਗਾ ਐਜੂਕੇਸ਼ਨ ਦਾ, ਕਿ ਸਾਡਾ ਐਜੂਕੇਸ਼ਨ ਸਿਸਟਮ, ਸਾਡਾ ਹੈਲਥ ਸਿਸਟਮ, ਸਾਡੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਆਈ ਥਿੰਕ ਕਰੋੜ ਤੋਂ ਉੱਪਰ ਹੈਸ਼ਟੈਗ ਦੇ ਉੱਤੇ ਹੋਇਆ ਮੋਦੀ ਜੌਬ ਦਿਓ, ਟਵਿੱਟਰ ਦੇ ਉੱਤੇ ਨੌਕਰੀਆਂ ਮੰਗੀਆਂ। 3-3 ਸਾਲ ਹੋ ਗਏ ਸਾਨੂੰ ਇਮਤਿਹਾਨ ਦਿੱਤੇ ਨੂੰ, ਉਹਦਾ ਤੁਸੀਂ ਅਜੇ ਤੱਕ ਰਿਜ਼ਲਟ ਨਹੀਂ ਜਿਹੜਾ ਜੀ ਉਹ ਦਿੱਤਾ। ਆਈ ਥਿੰਕ ਉਸ ਪਾਸੇ ਵੱਲ ਨੂੰ ਤੁਰ ਪਿਆ ਹੋਇਆ ਜੀ ਜਿਹੜਾ ਇਹ। ਇਸ ਕਰਕੇ ਮੈਂ ਕਹਿੰਦਾ ਇਹ ਪਾਣੀ ਆ, ਇਹਦੇ ਥੱਲੇ ਅੱਗ ਨਾ ਜਿਹੜੀ ਉਹ ਬਾਲੋ। ਹੁਣ ਇਹ ਰਾਹ ਆਪਣਾ ਆਪ ਬਣਾ ਲੂਗਾ। ਇੱਕ ਗੱਲ ਪੱਕੀ ਹੈ ਜੀ, ਅਸੀਂ ਵੇਖੀਏ ਜਾਂ ਨਾ ਵੇਖੀਏ ਉਹ ਬਾਅਦ ਵਾਲੀ ਗੱਲ ਹੈ, ਪਰ ਇਹ ਲੋਕ ਜਿਹੜੀ ਯੂਥ ਹੈ ਉਹ ਆਪਣਾ ਰਾਹ ਬਣਾਊਗਾ, ਕਿਉਂਕਿ ਲੋਕਾਂ ਨੂੰ ਇਹ ਗੱਲ ਸਮਝ ਆਉਣੀ ਸ਼ੁਰੂ ਹੋ ਗਈ ਕਿ ਸਾਨੂੰ ਧਰਮ ਦੇ ਨਾਂ ਦੇ ਉੱਤੇ ਪਾੜ ਕੇ ਰੱਖਿਆ ਜੇ ਕਿਸੇ ਨੇ ਤਾਂ ਉਹ ਸਿਆਸਤ ਦਾ ਨਾ ਰੱਖੇ। ਤੁਸੀਂ ਗੱਲ ਕੀਤੀ ਹੈ ਨੌਕਰੀਆਂ ਦੀ, ਤੁਸੀਂ ਗੱਲ ਕੀਤੀ ਹੈ ਜਿਹੜੇ ਯੂਥ ਦੀ, ਅਤੇ ਪੰਜਾਬ ਦਾ ਕਰਜ਼ਾ ਤਾਂ ਜਿਹੜਾ ਉਹ ਲਗਾਤਾਰ ਵੱਧ ਰਿਹਾ ਜੀ। ਬੜਾ ਬੁਰਾ ਹਾਲ ਹੋ ਚੁੱਕਾ। ਇੱਕਦਮ ਇਸ ਵੇਲੇ ਜਿਹੜੇ 2,73,000 ਦੇ ਉੱਤੇ ਜਾ ਪਹੁੰਚਿਆ। ਅਤੇ ਕੀ ਸੌਖਾ ਰਹੇਗਾ ਜੀ ਆਉਣ ਵਾਲੇ ਸਮੇਂ ਜਿਹੜੀ ਕੋਈ ਸਰਕਾਰ ਆਏਗੀ ਅਤੇ ਉਹਨਾਂ ਲਈ ਇਹ ਚੀਜ਼ਾਂ ਨੂੰ ਕਰਨਾ? ਕਿਉਂਕਿ ਅੱਜ ਜਿਹੜਾ ਪੰਜਾਬ ਦਾ ਹਰ ਜਿਹੜਾ ਇਨਸਾਨ ਹੈ ਉਹ ਸਰਕਾਰੀ ਕਰਜ਼ੇ ਦੇ ਨਾਲ ਨਾਲ ਆਪਣੇ ਕਰਜ਼ੇ ਹੇਠ ਵੀ ਦੱਬਿਆ ਹੋਇਆ ਜੀ।
ਕੁਲਵੰਤ ਸਿੰਘ ਜੀ, ਜਿਹੜੀ ਇੰਗਲਿਸ਼ ਦੀ ਕਹਾਵਤ ਹੈ ਨਾ, ਉਹ ਕਹਿੰਦੀ ਹੈ ਕਿ ਈਵਨ ਇੰਪੋਸੀਬਲ ਵਰਡ ਸੇ ਤੋੜ ਕੇ ਆਈ ਐਮ ਪੋਸੀਬਲ। ਬਿਲਕੁਲ ਠੀਕ ਹੈ ਨਾ। ਮੈਂ ਸਮਝਦਾ ਹਾਂ ਕਿ ਕੁਛ ਵੀ ਇੰਪੋਸੀਬਲ ਨਹੀਂ ਗਾ ਜੀ। ਜੇ ਜਿਸ ਦਿਨ ਨੀਤ ਵਾਲੇ ਲੋਕ ਮੂਹਰੇ ਆ ਗਏ, ਫਿਰ ਉਹ ਨੀਤੀ ਬਣਾ ਲੈਣਗੇ। ਜਿੱਥੋਂ ਸੋਰਸ ਆਉਣੇ ਆ, ਸੋਰਸ ਆਫ ਇਨਕਮ ਜਿਹੜੇ ਆਉਣੇ ਆ, ਜਦੋਂ ਤੁਸੀਂ ਉਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸਰਕਾਰ ਨੇ, ਜਿਹੜੀ ਸਰਕਾਰ ਚਲਾਉਣ ਵਾਲੇ ਜਦੋਂ ਲੋਕ ਆ ਗਏ ਰਾਜਨੀਤਿਕਾਂ ਦੇ ਹੱਥਾਂ ਦੇ ਵਿੱਚੋਂ ਨਿਕਲ ਕੇ, ਚਾਹੇ ਉਹ ਰੇਤਾ ਹੈ, ਸ਼ਰਾਬ ਹੈ, ਜਿੰਨੇ ਵੀ ਰੈਵਨਿਊ ਜਨਰੇਟ ਕਰਨ ਵਾਲੇ ਜਿਹੜੇ ਮਹਿਕਮੇ ਨੇ, ਇਹ ਆ ਜਾਊਗਾ ਜੀ। ਹਾਰਡਲੀ ਮੇਰਾ ਖਿਆਲ 4 ਤੋਂ 5 ਸਾਲ ਮੈਕਸੀਮਮ ਜਿਹੜੇ ਜੀ ਉਹ ਚਾਹੀਦੀ ਆ ਪੰਜਾਬ ਨੂੰ ਦੁਬਾਰਾ ਪੈਰਾਂ ਸਿਰ ਆਉਣ ਦੇ ਵਾਸਤੇ। ਜੇ ਦਿੱਲੀ ਦੇ ਵਿੱਚ ਕੇਜਰੀਵਾਲ ਕਰਕੇ ਦਿਖਾ ਸਕਦੇ ਨੇ ਤਾਂ ਬਾਕੀ ਪਾਸੇ ਤਾਂ ਹੋ ਹੀ ਸਕਦਾ। ਮੈਂ ਕਹਿੰਦਾ ਜੀ ਕੋਈ ਵੀ ਜਿਹੜਾ ਜੀ ਉਹ ਕਰ ਸਕਦਾ। ਪੰਜਾਬ ਦੀ ਤਾਂ ਇਹ ਫਿਤਰਤ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਇਹ ਡਿੱਗ ਡਿੱਗ ਕੇ ਉੱਠਦਾ ਰਿਹਾ। ਅਸੀਂ ਪਿੰਡਾਂ ਦੇ ਵਿੱਚ ਮੈਂ ਖੁਦ ਜਿਹੜੇ ਜੀ ਉਹ ਇੱਕ ਦਿਨ ਦੇ 3-3 ਸਿਵੇ ਬਲਦੇ ਦੇਖੇ ਆ ਚਿੱਟੇ ਦੇ ਨਾਲ। ਅੱਜ ਉਹੀ ਨੌਜਵਾਨ ਹੈ ਜਿਹੜਾ ਉੱਥੇ ਸਾਰੇ ਮੋਰਚੇ ਦੀ ਹਰ ਜ਼ਿੰਮੇਵਾਰੀ ਜਿਹੜੀ ਉਹ ਸੰਭਾਲੀ ਬੈਠਾ। ਉਹ ਆਪਾਂ ਕਹਿ ਦੇਣਾ ਸੌਖਾ, ਰਾਤ ਭਰ ਉਹ ਬੱਚੇ ਪਹਿਰਾ ਦਿੰਦੇ ਆ, ਨੌਜਵਾਨ ਜਿਹੜੇ ਉਹ ਪਹਿਰਾ ਦਿੰਦੇ ਆ ਕਿ ਇੱਧਰ ਨੂੰ ਕੋਈ ਮਾੜੀ ਨਿਗਾਹ ਨਾ ਜਿਹੜੀ ਹੋ ਜੇ। ਇਹ ਉਹੀ ਆ ਜਿਹਨੂੰ ਆਪਾਂ ਇਹ ਕਹਿੰਦੇ ਸੀਗੇ ਨਖੱਟੂ ਹੋ ਗਿਆ, ਨਸ਼ੇੜੀ ਹੋ ਗਿਆ। ਚੇਂਜ ਆਈ ਨਾ ਜੀ। ਇਸ ਕਰਕੇ ਪੰਜਾਬ ਲਿਖਿਆ ਹੁੰਦਾ ਨਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ 'ਤੇ, ਆਪਣੇ ਪ੍ਰੋਫੈਸਰ ਸਾਹਿਬ ਨੇ ਲਿਖਿਆ ਸੀ, ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨੇ। ਤਾਂ ਉਹ ਆਈ ਥਿੰਕ ਪੰਜਾਬ ਵਾਕਿਆ ਹੀ ਜਿਹੜਾ ਜੀ ਉਹ ਗੁਰਾਂ ਦੇ ਨਾਮ 'ਤੇ ਵਸਦਾ ਹੈ। ਇਸ ਕਰਕੇ ਇੰਪੋਸੀਬਲ ਕੁਛ ਨਹੀਂ ਗਾ ਜੀ। ਗੱਲ ਇਹ ਆ ਕਿ ਨੀਤ ਵਾਲੇ ਲੋਕ ਜਿਹੜੇ ਨੇ ਉਹ ਮੂਹਰੇ ਆਉਣ। ਮੈਂ ਬਦਲਾਓ ਦੀ ਗੱਲ ਕੋਈ ਹਰਿਆਣੇ ਦੀ ਨਹੀਂ ਕਰ ਰਿਹਾ, ਉੱਤਰ ਪ੍ਰਦੇਸ਼ ਦੀ ਨਹੀਂ ਕਰ ਰਿਹਾ। ਬਦਲਾਓ ਓਵਰਆਲ ਜਿਹੜਾ ਜੀ ਉਹ ਆਊਗਾ, ਔਰ ਆਊਗਾ ਪੋਜ਼ਿਟਿਵ ਜਿਹੜਾ ਆਊਗਾ। ਜਿਹੜੇ ਨਵੀਂ ਜਨਰੇਸ਼ਨ ਆ ਉਹ ਸੋਚੂਗੀ ਇਸ ਪਾਸੇ ਵੱਲ ਕਿ ਡਾਕਟਰ, ਇੰਜੀਨੀਅਰ, IAS ਬਣਨ ਤੋਂ ਬਿਨਾਂ ਅਸੀਂ ਸਿਆਸਤ ਵੀ ਸੰਭਾਲਣੀ ਹੈ, ਅਸੀਂ ਮੁਲਕ ਵੀ ਚਲਾਉਣਾ। ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦੋਲਨ ਦੇ ਵਿੱਚੋਂ ਵੀ ਕੁਝ ਸਿਆਸੀ ਪਾਰਟੀ ਨਿਕਲ ਕੇ ਬਾਹਰ ਆ ਸਕਦੀ ਹੈ, ਤਾਂ ਜਾ ਕੇ ਅੱਗੇ ਸੂਬੇ ਦਾ ਤੇ ਦੇਸ਼ ਦਾ ਭਲਾ ਹੋ ਸਕਦਾ? ਨਹੀਂ, ਮੈਂ ਇਹ ਨਹੀਂ ਸਮਝਦਾ ਕਿ ਸਿਆਸੀ ਪਾਰਟੀ ਇਹਦੇ ਵਿੱਚੋਂ ਕੋਈ ਨਿਕਲੂਗੀ। ਇਹਦੇ ਵਿੱਚੋਂ ਸਿਆਸਤ ਦੀ ਸੂਝ-ਬੂਝ ਰੱਖਣ ਵਾਲੇ ਔਰ ਸਿਆਸਤ ਦੇ ਵਿੱਚ ਜਾਣ ਵਾਲੇ ਲੋਕ ਨਿਕਲ ਸਕਦੇ ਆ ਜੀ, ਜਿਹਦੇ ਵਿੱਚੋਂ ਖਾਸ ਤੌਰ ਦੇ ਉੱਤੇ ਯੰਗ ਜਨਰੇਸ਼ਨ ਤੋਂ ਜਿਹੜੀ ਉਹ ਉਮੀਦ ਹੈ ਉਹ ਇਸ ਪਾਸੇ ਵੱਲ ਸੋਚਣਗੇ। ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਦਿੰਦਾ। ਇੱਥੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇੱਕ ਘਰਾਚੋਂ ਪਿੰਡ ਹੈ। ਉੱਥੋਂ ਦਾ ਜਿਹੜਾ ਸਰਪੰਚ ਹੈ ਉਹ ਪੜ੍ਹਿਆ ਲਿਖਿਆ। ਘਰਾਚੋਂ ਪਿੰਡ ਦੀ 23.5 ਕਿੱਲੇ ਜ਼ਮੀਨ ਜਿਹੜੀ ਆ ਇਹ ਕਹਿ ਕੇ ਹਥਿਆਈ ਜਾ ਰਹੀ ਸੀ ਕਿ ਇੱਥੇ ਅਸੀਂ ਇੱਕ ਸਰਕਾਰੀ ਮੈਡੀਕਲ ਕਾਲਜ ਖੋਲ੍ਹਣਾ। ਉਹਨਾਂ ਨੇ ਗ੍ਰਾਮ ਸਭਾ ਸੱਦ ਲਈ। ਗ੍ਰਾਮ ਸਭਾ ਸੱਦ ਕੇ ਉਹਨਾਂ ਨੇ ਮਤਾ ਪਾ ਦਿੱਤਾ ਵੀ ਜੇ ਉਹਦੇ ਵਿੱਚ 1% ਵੀ ਪ੍ਰਾਈਵੇਟ ਜਿਹੜਾ ਉਹ ਹੋਇਆ ਕੋਈ ਪਾਰਟਨਰ, ਫਿਰ ਇਹ ਪਿੰਡ ਜ਼ਮੀਨ ਨਹੀਂ ਦੇਊਗਾ। ਗ੍ਰਾਮ ਸਭਾ ਕੋਲੇ ਪਾਵਰ ਬੜੀ ਆ, ਉਹ ਸਰਪੰਚ ਨੂੰ ਪਤਾ ਸੀ। ਹਾਂ, ਸੁਪਰੀਮ ਪਾਵਰ ਆ ਉਹ। ਜਦੋਂ ਪੈ ਗਿਆ ਤੇ ਬਾਅਦ ਦੇ ਵਿੱਚ ਇਹ ਨਿਕਲਿਆ ਕਿ ਉਹਦੇ 'ਚ 77% ਪ੍ਰਾਈਵੇਟ ਸੀ। ਇੱਕ ਮੰਤਰੀ ਦਾ ਹੱਥ ਸੀਗਾ, ਉਹਨੇ ਆਪਣੇ ਰਿਸ਼ਤੇਦਾਰ ਨੂੰ ਜਿਹੜਾ ਜੀ ਉਹ ਬਣਾ ਕੇ ਦੇਣਾ ਸਰਕਾਰੀ ਮੈਡੀਕਲ ਕਾਲਜ। ਜਿੱਥੇ ਆਪਣੇ PGI ਖੁੱਲ੍ਹ ਰਿਹਾ ਸੰਗਰੂਰ 'ਚ, ਉਹਦੇ ਬਿਲਕੁਲ ਨਾਲ ਲੱਗਵੀਂ ਜ਼ਮੀਨ ਸੀ। ਉਹ ਹਾਈ ਕੋਰਟ 'ਚ ਮਾਮਲਾ ਲੈ ਗਏ। ਹਾਈ ਕੋਰਟ ਨੇ ਇਹ ਪੁੱਛਿਆ ਵੀ ਜਦੋਂ ਗ੍ਰਾਮ ਸਭਾ ਨੇ ਪਾਇਆ ਤੁਸੀਂ ਕਿੱਦਾਂ ਜਿਹੜਾ ਉਹ ਕਰ ਲਿਆ। ਉਹਨਾਂ ਨੂੰ ਉੱਥੇ ਅਦਾਲਤ 'ਚ ਲਿਖ ਕੇ ਦੇਣਾ ਪੈ ਗਿਆ ਕਿ ਅਸੀਂ ਜ਼ਮੀਨ ਮੋੜ ਰਹੇ ਹਾਂ, ਸਾਨੂੰ ਉਹਨਾਂ ਸਰਪੰਚਾਂ ਦੀ ਲੋੜ ਹੈ। ਅਸੀਂ ਸਿੱਧਾ ਮੁੱਖ ਮੰਤਰੀ ਵੱਲ ਨਾ ਦੇਖੀਏ ਕਿ ਮੁੱਖ ਮੰਤਰੀ ਦਾ ਫੇਸ ਕੌਣ ਹੋਊਗਾ, ਫਾਈਨੈਂਸ ਮਿਨਿਸਟਰ ਕੌਣ ਹੋਊਗਾ, ਇੱਥੇ ਫਲਾਹ ਮੰਤਰੀ ਜਿਹੜਾ ਉਹ ਕੌਣ ਹੋਊਗਾ। ਅਸੀਂ ਪੰਚਾਂ ਤੋਂ ਸ਼ੁਰੂ ਕਰਨਾ ਪਊਗਾ, ਸਾਨੂੰ ਨਿਗਮਾਂ ਤੋਂ ਸ਼ੁਰੂ ਕਰਨਾ ਪਊਗਾ। ਸਾਨੂੰ ਇਸ ਨੂੰ ਸੇਵਾ ਦੇ ਭਾਵਨਾ ਦੇ ਨਾਲ ਜਿਹੜੇ ਲੋਕ ਆਉਣਗੇ। ਮੈਂ ਸਮਝਦਾ ਘਰਾਚੋਂ ਵਾਲਾ ਸਰਪੰਚ ਜਾਂ ਇੱਦਾਂ ਦੇ ਜਿਹੜੇ ਸਰਪੰਚ ਨੇ ਉਹ ਹੌਲੀ ਹੌਲੀ ਆ ਰਹੇ ਆ। ਨਵੀਂ ਜਨਰੇਸ਼ਨ, ਪੜ੍ਹੀ ਲਿਖੀ ਜਨਰੇਸ਼ਨ ਜਿਹੜੀ ਉਹ ਮੂਹਰੇ ਆ ਰਹੀ ਹੈ ਸਰਪੰਚੀ ਦੇ ਰੂਪ 'ਚ। ਉੱਥੋਂ ਚੇਂਜ ਆਉਣੀ ਜਿਹੜੀ ਉਹ ਸ਼ੁਰੂ ਹੋਊਗੀ। ਆਈ ਥਿੰਕ ਜਦੋਂ ਹੁਣ ਸਰਪੰਚ ਨੇ 23.5 ਕਿੱਲੇ ਜ਼ਮੀਨ ਬਚਾਤੀ ਤੇ ਘਰਾਚੋਂ ਤਾਂ ਕਹੂ ਨਾ 10 ਵੀ ਕਿਹਦੇ ਵੱਲ ਵੋਟ ਪਾਈਏ। ਤੇ ਜੇ ਸਰਪੰਚ ਦੂਰ ਅੰਦੇਸ਼ੀ ਆ ਉਸੇ ਗੱਲ ਦੇ ਉੱਤੇ ਰਿਹਾ, ਉਹ ਕੋਈ ਆਹ ਬੰਦਾ ਮੈਨੂੰ ਜਿਹੜਾ ਜੀ ਉਹ ਲੱਗਦਾ, ਇੱਦਾਂ ਚੇਂਜ ਆਊਗੀ। ਬਿਲਕੁਲ ਬਿਲਕੁਲ। ਜਾਣ ਲੱਗਿਆ ਤੁਸੀਂ ਜਾਂਦੇ ਟਰਾਲੀ ਤੋਂ ਟਾਈਮ ਮੈਗਜ਼ੀਨ ਤੱਕ ਜਿਹੜੀ ਆਪਣਾ ਜਿਹੜਾ ਸ਼ੁਰੂਆਤ ਕੀਤੀ ਸੀ, ਇਸ ਨੂੰ ਲੈ ਕੇ ਆਉਣ ਵਾਲਾ ਸਮੇਂ ਦੇ ਵਿੱਚ ਜਿਹੜਾ ਆਪਾਂ ਇੱਥੇ ਤੱਕ ਤਾਂ ਪਹੁੰਚ ਗਏ, ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਕੀ ਦੇਖ ਰਹੇ ਹੋ ਤੁਸੀਂ? ਦੇਖੋ, ਅਜੇ ਅੰਦੋਲਨ ਤਾਂ ਚੱਲੂਗਾ ਜੀ ਲੰਬਾ ਇਹਦੇ ਵਿੱਚ, ਕਿਉਂਕਿ ਜਿਹੜੀਆਂ 5 ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਉਹ ਮਈ 2 ਨੂੰ ਨਤੀਜੇ ਆਉਣੇ ਆ। ਸੋ ਤੁਸੀਂ ਇਹ ਤਾਂ ਅਪ੍ਰੈਲ ਅਜੇ ਸਾਰਾ ਪਿਆ
ਮਾਰਚ ਪਿਆ ਜੇ ਅਪ੍ਰੈਲ ਵੀ ਜਿਹੜਾ ਜੀ ਉਹ ਪਿਆ। ਹਾਂ ਇੰਨਾ ਜ਼ਰੂਰ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਰੁਝਾਨ ਕਿੱਧਰ ਨੂੰ ਜਾਂਦੇ ਆ, ਇੱਥੋਂ ਜਿਹੜਾ ਉਹ ਪਤਾ ਲੱਗਣਾ ਸ਼ੁਰੂ ਹੋ ਜਾਊਗਾ। ਆਈ ਥਿੰਕ ਅਜੇ ਉੱਤਰ ਪ੍ਰਦੇਸ਼ ਦਾ ਇੱਕ ਹਿੱਸਾ ਉਹਦੇ ਵਿੱਚ ਕੋਈ ਮਹਾ ਪੰਚਾਇਤ ਨਹੀਂ ਹੋਈ, ਜੇ ਉੱਥੇ ਵੀ ਮਹਾ ਪੰਚਾਇਤ ਜਿਹੜੀ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ। ਉੱਤਰ ਪ੍ਰਦੇਸ਼ ਬਹੁਤ ਵੱਡਾ ਸੂਬਾ, ਬਿਹਾਰ ਬਹੁਤ ਵੱਡਾ ਸੂਬਾ, ਪੱਛਮੀ ਬੰਗਾਲ ਬਹੁਤ ਵੱਡਾ ਸੂਬਾ, ਇਹ ਸਰਕਾਰਾਂ ਇਹ ਬਣਾਉਂਦੇ ਨੇ ਕੇਂਦਰ ਦੀਆਂ। ਤਾਂ ਇਹਦੇ ਉੱਤੇ ਬਹੁਤ ਸਾਰਾ ਕੁਝ ਜਿਹੜਾ ਜੀ ਉਹ ਨਿਰਭਰ ਕਰੂਗਾ। ਮਹਾ ਪੰਚਾਇਤਾਂ ਦੇ ਵਿੱਚ ਜਿੰਨਾ ਇਕੱਠ ਹੋ ਰਿਹਾ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰਿਕਾਰਡ ਹੈ, ਔਰ ਉਹਦੇ ਵਿੱਚ ਉਹ ਇਹ ਕਹਿ ਇਹ ਰਹੇ ਆ ਕਿ ਜੀ ਟਰੈਕਟਰਾਂ 'ਚ ਤੇਲ ਭਰਾ ਕੇ ਰੱਖਿਓ, ਜਦੋਂ ਮੈਸੇਜ ਲਾਈਏ ਤਾਂ ਉਦੋਂ ਜਿਹੜਾ ਜੀ ਉਹ ਤੁਰ ਪਿਓ। ਇਸ ਮੈਸੇਜ ਦੇ ਪਿੱਛੇ ਬਹੁਤ ਵੱਡਾ ਜਿਹੜਾ ਜੀ ਉਹ ਮੈਸੇਜ ਆ। ਮੇਰੀ ਜਾਚੇ ਲੰਬਾ ਚੱਲੂਗਾ ਜੀ, ਪਰ ਜਿੱਤ ਜਿਹੜੀ ਆ ਉਹ ਸੰਘਰਸ਼ ਕਰਨ ਵਾਲਿਆਂ ਦੀ ਹੋਊਗੀ ਸੂਨਰ ਔਰ ਲੇਟਰ। ਪਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਸਾਰਿਆਂ ਦੇ ਦਿਮਾਗ ਦੇ ਵਿੱਚ ਇਸ ਟਾਈਮ ਖਟਕ ਰਹੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਪੱਛਮੀ ਬੰਗਾਲ ਜਾਂ ਦੂਸਰੇ ਜਿਹੜੇ 4 ਸੂਬੇ ਹੋਰ ਨੇ, ਜੇ ਇਹਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਤ ਲੈਂਦੀ ਹੈ ਤਾਂ ਫਿਰ ਇਹ ਅੰਦੋਲਨ ਨੂੰ ਦਬ ਲੈਣਗੇ। ਕੀ ਇਹ ਪੋਸੀਬਲ ਹੈ? ਦੇਖੋ ਜੇ ਆਪਾਂ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਚੱਲੀਏ ਤੇ ਜੇ ਕਿਸਾਨ ਜਾਗਰੂਕ ਹੋ ਗਿਆ ਇਹਨਾਂ ਸੂਬਿਆਂ ਦੇ ਵਿੱਚ ਨਹੀਂ ਜਿੱਤ ਸਕਦੇ, ਨਹੀਂ ਜਿੱਤ ਸਕਦੇ ਕਿਸੇ ਵੀ ਹਾਲਤ 'ਚ, ਕਿਉਂਕਿ ਜਿਹੜੀ ਆਪਾਂ ਗੱਲ ਕਰਕੇ ਹਟੇ ਹਾਂ ਕਿ ਲੋਕਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਕਿ ਧਰਮ ਦੇ ਨਾਂ ਦੇ ਉੱਤੇ ਤੇ ਭਾਰਤੀ ਜਨਤਾ ਪਾਰਟੀ ਦੀ ਤਾਂ ਸਾਰੀ ਦੀ ਸਾਰੀ ਕੈਲਕੂਲੇਸ਼ਨ ਹੀ ਵੋਟ ਜਿਹੜੀ ਪੋਲਰਾਈਜ਼ ਕਰਨੀ ਉਹਦੇ ਉੱਤੇ ਪਈ ਹੈ ਜੀ, ਕਿ ਕਿੱਥੋਂ ਕਿਹੜੇ ਤਰੀਕੇ ਦੇ ਨਾਲ ਲੜਾ ਪੜਾ ਕੇ ਜਿਹੜੀ ਉਹ ਵੋਟ ਹਾਸਲ ਕੀਤੀ ਜਾ ਸਕਦੀ ਹੈ। ਜੇ ਉਹ ਨਹੀਂ ਹੁੰਦਾ ਤਾਂ ਫਿਰ ਕਿਵੇਂ ਜਿਹੜੀ ਉਹ ਵੋਟ ਪਊਗੀ। ਪੱਛਮੀ ਬੰਗਾਲ ਪੜ੍ਹਿਆ ਲਿਖਿਆ ਸੂਬਾ, ਕੇਰਲਾ ਪੜ੍ਹਿਆ ਲਿਖਿਆ ਜਿਹੜਾ ਜੀ ਉਹ ਸੂਬਾ, ਛੋਟੇ ਮੋਟੇ ਕਿਸੇ ਸੂਬੇ ਦੇ ਵਿੱਚ ਆ ਜਾਣ ਤਾਂ ਜਿਹੜਾ ਜੀ ਉਹ ਹੋ ਸਕਦਾ। ਮੇਰੀ ਜਾਚੇ ਜਿਹੜਾ MSP ਵਾਲਾ ਮੁੱਦਾ ਹੈ ਉਹ ਪੱਛਮੀ ਬੰਗਾਲ ਦੇ ਵਿੱਚ ਵੀ ਬਹੁਤ ਵੱਡਾ ਮੁੱਦਾ ਬਣੂਗਾ ਕਿਸਾਨਾਂ ਦਾ। ਓਪਨ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਥੈਂਕ ਯੂ। ਉਹ ਸਨ ਬਲਤੇਜ ਪੰਨੂ, ਜਿਨ੍ਹਾਂ ਨੇ ਬੜੇ ਹੀ ਵਿਸਥਾਰ ਦੇ ਨਾਲ ਸਾਨੂੰ ਇਹ ਸਮਝਾਇਆ ਕਿ ਕਿਸ ਤਰ੍ਹਾਂ ਇੱਕ ਟਰਾਲੀ ਤੋਂ ਸ਼ੁਰੂ ਹੋ ਕੇ ਭਾਰਤ, ਖਾਸ ਕਰ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਟਾਈਮ ਮੈਗਜ਼ੀਨ ਦੇ ਮੁੱਖ ਪੰਨੇ ਦੇ ਉੱਤੇ ਜਾ ਪਹੁੰਚੇ ਨੇ, ਅਤੇ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜਾ ਉਹ ਇਹ ਸੰਘਰਸ਼ ਲੰਬਾ ਚੱਲ ਸਕਦਾ ਹੈ, ਪਰ ਇਸ ਦੇ ਵਿੱਚ ਜਿੱਤ ਜਿਹੜੀ ਹੈ ਆਖਰਕਾਰ ਸੰਘਰਸ਼ੀ ਬੰਦਿਆਂ ਦੀ ਹੋਏਗੀ, ਸੰਘਰਸ਼ੀ ਲੋਕਾਂ ਦੀ ਹੋਏਗੀ। ਡਿਪੈਂਡ ਇਹ ਕਰਦਾ ਕਿ ਉੱਥੋਂ ਦੇ 5 ਜਿਹੜੇ ਸੂਬਿਆਂ ਦੇ ਵਿੱਚ ਜਿਹੜੀ ਚੋਣ ਹੋ ਰਹੀ ਹੈ ਉੱਥੋਂ ਦੇ ਕਿਸਾਨ ਕਿੰਨੇ ਕੁ ਜਾਗਰੂਕ ਹੋਣਗੇ। ਜੇ ਉੱਥੋਂ ਦੇ ਕਿਸਾਨ ਜਾਗਰੂਕ ਹੋ ਕੇ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਸੋਚ, ਜਿਸ ਸੋਚ ਦੇ ਨਾਲ ਉਹਨਾਂ ਨੇ ਇਹ 3 ਕਾਨੂੰਨ ਬਣਾਏ ਨੇ, ਜੇਕਰ ਉਹ ਇਸ ਸੋਚ ਨੂੰ ਹਰਾਉਣ 'ਚ ਕਾਮਯਾਬ ਰਹਿੰਦੇ ਨੇ ਤਾਂ ਆਉਣ ਵਾਲੇ ਸਮੇਂ ਦੌਰਾਨ ਕੋਈ ਇਸ ਦੇ ਵਿੱਚ ਦੋ ਰਾਏ ਨਹੀਂ ਹੈਗੀ ਕਿ ਕਿਸਾਨਾਂ ਨੂੰ ਕੋਈ ਹਰਾ ਪਾਏਗਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੇਂ ਮਹਿਮਾਨ, ਇੱਕ ਨਵੇਂ ਮੁੱਦੇ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।